ਸਤਨਾਮ ਵਾਹਿਗੁਰੂ ਸਾਹਿਬ ਜੀਓ। ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਗਰਬ ਕਰਤ ਹੈ ਦੇਹ ਕੋ, ਬਿਨ ਸੈ ਛਿਨ ਮੈਂ ਮੀਤ। ਜਿਹ ਪ੍ਰਾਨੀ ਹਰਿ ਜਸ ਕਹਿਓ, ਨਾਨਕ ਤਿਹ ਜਗ ਜੀਤ। ਗਰਬ ਕਰਤ ਹੈ ਦੇਹ ਕੋ, ਬਿਨ ਸਹਿ ਛਿਨ ਮੈਂ ਮੀਤ। ਜਿਹ ਪ੍ਰਾਨੀ ਹਰਿ ਜਸ ਕਹਿਓ, ਨਾਨਕ ਤਿਹ ਜਗ ਜੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਸਾਧ ਸੰਗਤ ਜੀਓ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 41 ਔਰ 42 ਨੰਬਰ ਸ਼ਲੋਕ ਅੱਜ ਵਿਚਾਰਨ ਦਾ ਯਤਨ ਕਰਾਂਗੇ। ਸੰਸਾਰ ਵਿੱਚ ਮਨੁੱਖੀ ਜੀਵਨ ਵਿੱਚ ਕਈ ਪ੍ਰਕਾਰ ਦੇ ਬੇਹੋਸ਼ੀ ਭਰੇ ਜੀਵਨ ਹਨ। ਹੰਕਾਰ ਦੀ ਨੀਂਦ ਵਿੱਚ ਮਨੁੱਖ ਸੁੱਤਾ ਰਹਿੰਦਾ ਹੈ। ਉਹਨਾਂ ਸਾਰੇ ਪ੍ਰਕਾਰ ਦੇ ਹੰਕਾਰ ਵਿੱਚੋਂ ਇੱਕ ਸ਼ਬਦ ਵਰਤਿਆ, ਮਾਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਝੂਠੇ ਮਾਣ ਵਿੱਚ ਫਸ ਕੇ ਸੰਸਾਰ ਨੂੰ ਮਨੁੱਖ ਸਦੀਵ ਕਾਲ ਵਾਸਤੇ ਸਲਾਮਤ ਮੰਨਦਾ ਹੈ ਕਿ ਇਹਨੇ ਸਦਾ ਰਹਿਣਾ ਹੈ, ਸਦਾ ਕਾਇਮ ਰਹੇਗਾ। ਮਾਣ ਦੇ ਸੰਬੰਧ ਵਿੱਚ ਕਿਉਂਕਿ ਕਈ ਸ਼ਬਦ ਆਏ ਨੇ, ਹੰਕਾਰ ਤੋਂ ਅੱਗੇ ਮਾਣ ਆਉਂਦਾ। ਜਦੋਂ ਹੰਕਾਰ ਆਪਣੇ ਕੱਪੜੇ ਬਦਲਦਾ ਤੇ ਉਹ ਫਿਰ ਮਾਣ ਬਣ ਜਾਂਦਾ ਹੈ। ਹੰਕਾਰੀ ਤੇ ਪ੍ਰਗਟ ਤੌਰ ਤੇ ਹੰਕਾਰ ਦੇ ਬੋਲ ਬੋਲੇਗਾ, ਹਮਰੀ ਭੂਮ ਕੌਣ ਘਾਲੇ ਪੈਰ। ਇੱਕ ਜ਼ਿਮੀਂਦਾਰ ਕਹਿੰਦਾ, ਸਾਡੀ ਜ਼ਮੀਨ ਵਿੱਚ ਕੋਈ ਪੈਰ ਰੱਖ ਕੇ ਵੇਖੋ। ਹੰਕਾਰ ਪ੍ਰਗਟ ਹੋ ਗਿਆ, ਮੂੰਹੋਂ ਬੋਲ ਪਿਆ। ਉਹ ਦਿਸੇਗਾ, ਉਹਨੂੰ ਕਵਾਂਗੇ ਹੰਕਾਰੀ ਹੈ, ਹੰਕਾਰ ਭਰੇ ਸ਼ਬਦ ਬੋਲਦਾ ਹੈ। ਜੇ ਕੋਈ ਮਨੁੱਖ ਹੰਕਾਰੀ ਦ੍ਰਿਸ਼ਟੀ ਨਾਲ ਵੇਖਦਾ ਤੇ ਉਹਦੀ ਨਜ਼ਰ ਵੀ, ਉਹਦੀ ਅੱਖ ਵੀ ਦਿਸ ਪੈਂਦੀ, ਹੰਕਾਰ ਕਰ ਰਿਹਾ। ਜੇ ਕੋਈ ਮਨੁੱਖ ਆਕੜ ਕੇ ਤੁਰਦਾ ਹੈ, ਹੰਕਾਰੀ ਦੀ ਚਾਲ, ਹੰਕਾਰੀ ਦੀ ਤੋਰ ਵੱਖਰੀ, ਪਰ ਮਾਣ ਜਿਹੜਾ ਹੈ ਉਹ ਬਰੀਕ ਹੈ। ਜਦੋਂ ਹੰਕਾਰ ਨੂੰ ਬੰਦਾ ਛੱਡਦਾ ਤੇ ਉਹਦਾ ਮਾਣ ਬਣ ਜਾਂਦਾ, ਅੰਦਰ ਰਹਿੰਦਾ ਹੈ, ਨਜ਼ਰ ਨਹੀਂ ਆਉਂਦਾ। ਸ਼ਬਦ ਬੜੇ ਮਿੱਠੇ, ਕੰਮ ਬੜੇ ਨਿਮਰਤਾ ਵਾਲੇ, ਸਰੀਰ ਬੜਾ ਝੁਕਿਆ ਹੋਇਆ, ਪਰ ਕਿਤੇ ਅੰਦਰ ਮਨ ਦੇ ਵਿੱਚ ਮਾਣ ਲੁਕ ਕੇ ਬੈਠ ਗਿਆ। ਉਸ ਨੂੰ ਪਕੜਨਾ ਬੜਾ ਕਠਿਨ ਹੈ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਹੈ, ਬੰਦਾ ਮਾਇਆ ਵੀ ਤਿਆਗ ਦਿੰਦਾ, ਮਾਨ ਨਹੀਂ ਛੱਡਿਆ ਜਾਂਦਾ। ਬੜਾ ਔਖਾ ਹੈ, ਕਿਉਂਕਿ ਪਹਿਲੀ ਗੱਲ ਤੇ ਇਹਦੀ ਪਹਿਚਾਣ ਹੀ ਨਹੀਂ ਆਉਂਦੀ।
ਮਮਤਾ ਇੰਨੀ ਗਹਿਰੀ, ਮਾਣ ਇੰਨਾ ਗਹਿਰਾ ਹੈ। ਕਬੀਰ ਸਾਹਿਬ ਦਾ ਬਚਨ ਹੈ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਕਹਿੰਦੇ ਮਾਇਆ ਛੱਡ ਦਿੱਤੀ, ਮਾਇਆ ਤੇ ਅਸਥੂਲ ਸੀ, ਮਾਇਆ ਛੱਡ ਦਿੱਤੀ। ਸਾਧ ਸੰਗਤ ਉਹ ਛੱਡਣ ਦਾ ਬਰੀਕ ਹੰਕਾਰ ਹੋ ਗਿਆ, ਉਹਨੂੰ ਕਹਿੰਦੇ ਨੇ ਮਾਣ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ, ਬੰਦਾ ਦਾਨ ਵੀ ਕਰਦਾ ਹੈ, ਇੱਕ ਤੇ ਪ੍ਰਗਟ ਤੌਰ ਤੇ ਕਹਿੰਦਾ ਜੀ ਮੈਂ ਇੰਨੀ ਮਾਇਆ ਗੁਰਦੁਆਰੇ ਵਿੱਚ ਦਿੱਤੀ ਹੈ, ਮੇਰਾ ਨਾਮ ਬੋਲੋ, ਲਿਖਾਓ, ਲਿਖੋ ਕੌਣ ਹੈ। ਇਹ ਤੇ ਪ੍ਰਗਟ ਹੈ ਹੰਕਾਰ। ਪਰ ਕਿਤੇ ਕਿਤੇ ਸਾਧ ਸੰਗਤ ਗੁਪਤ ਦਾਨ ਅਸੀਂ ਕਹਿੰਦੇ ਹਾਂ, ਫਲਾਣੇ ਬੰਦੇ ਨੇ ਗੁਪਤ ਦਾਨ ਕੀਤਾ ਹੈ, ਨਾਂ ਤੇ ਨਹੀਂ ਬੋਲਿਆ, ਪਰ ਜਿਹਨੇ ਦਿੱਤਾ ਸੀ ਉਹ ਦਾਨ ਉਹਦੇ ਚੇਤੇ ਵਿੱਚੋਂ ਨਿਕਲਿਆ ਨਹੀਂ। ਗੁਪਤ ਦਾਨ ਤੇ ਤਾਂ ਸੀ ਕਿ ਦਿੱਤਾ ਤੇ ਗਿਆ, ਨਾ ਦੇਣ ਤੋਂ ਪਹਿਲਾਂ ਆਪਣਾ ਸੀ, ਨਾ ਦਿੱਤਾ ਕਿਸੇ ਨੇ। ਅਸੀਂ ਕਹਿੰਦੇ ਹਾਂ ਦੇ ਕੇ ਯਾਦ ਨਾ ਰੱਖੋ, ਨਹੀਂ ਸਾਧ ਸੰਗਤ, ਦੇ ਕੇ ਯਾਦ ਫਿਰ ਰਹੇਗਾ। ਯਾਦ ਸਿਰਫ ਉਹਨੂੰ ਨਹੀਂ ਰਹਿੰਦਾ ਜਿਹਦੇ ਕੋਲ ਪਹਿਲਾਂ ਸੀ, ਜਿਹਨੇ ਖੁਦ ਕਮਾਇਆ ਸੀ, ਉਦੋਂ ਵੀ ਉਹਨੂੰ ਚੇਤੇ ਵਿੱਚ ਨਾ ਰਵੇ ਕਿ ਮੇਰਾ ਹੈ। ਤਾਂ ਹੁੰਦਾ ਗੁਪਤ ਦਾਨ, ਤਾਂ ਹੁੰਦਾ ਦਾਨ ਦੇ ਅਰਥ ਹੀ ਇਹ ਨੇ, ਬੇਸ਼ਰਤ ਦਿੱਤੀ ਹੋਈ ਚੀਜ਼। ਦਾਨ ਐਸਾ ਸ਼ਬਦ ਜਿਹਨੂੰ ਅਸੀਂ ਗਲਤ ਤਰੀਕੇ ਨਾਲ ਵਰਤ ਲਿਆ। ਦਾਨ ਤੇ ਸਿਰਫ ਗੁਰੂ ਕਰ ਸਕਦਾ ਹੈ, ਦਾਨ ਤੇ ਸਿਰਫ ਪਰਮਾਤਮਾ ਕਰ ਸਕਦਾ ਹੈ। ਤੇ ਭੇਟ ਹੋ ਸਕਦੀ ਹੈ, ਭੇਟਾ ਸ਼ਬਦ ਅਸੀਂ ਕਹਿੰਦੇ ਹਾਂ। ਭੇਟਾ ਹੋਰ ਚੀਜ਼ ਹੈ ਵੀ ਆਪਣੇ ਵੱਲੋਂ ਤੁੱਛ ਜਿਹੀ ਜੋ ਕੁਝ ਹੋ ਸਕਿਆ ਉਹ ਦਿੱਤਾ ਗੁਰੂ ਨੂੰ, ਇਹਨੂੰ ਕਹਿੰਦੇ ਨੇ ਭੇਟਾ। ਭੇਟਾ ਸ਼ਬਦ ਬਹੁਤ ਪਿਆਰਾ ਹੈ। ਦਾਨ ਉਹ ਦੇ ਸਕਦਾ ਹੈ ਜਿਹਨੂੰ ਖੁਦ ਨਹੀਂ ਲੋੜ। ਬਾਣੀ ਵਿੱਚ ਸ਼ਬਦ ਆਉਂਦੇ ਨੇ, ਲਾਗ ਪਰੇ ਤੇਰੇ ਦਾਨ ਸਿਉ, ਨਹਿ ਚਿੱਤ ਖਸਮਾਰੇ। ਤੇਰੇ ਦਾਨ ਨਾਲ ਚੰਬੜ ਗਿਆ ਸੀ, ਤੂੰ ਦੇ ਜਾਣਾ ਬਿਨਾਂ ਕਿਸੇ ਲਾਲਚ ਤੋਂ ਦੇਣਾ, ਔਰ ਇੰਨਾ ਦੇਣਾ ਕਿ ਤੈਨੂੰ ਯਾਦ ਹੀ ਨਹੀਂ ਰਹਿੰਦਾ, ਪਰਤ ਕੇ ਤੂੰ ਪੁੱਛਦਾ ਨਹੀਂ ਕਿਸ ਨੂੰ ਦਿੱਤਾ ਹੈ। ਸਤਿਗੁਰੂ ਦੇ ਬਚਨ ਨੇ, ਜੇ ਕੋਈ ਏਕ ਕਰੈ ਚੰਗਿਆਈ, ਮਨ ਚਿੱਤ ਬਹੁਤ ਬਫਾਵੈ। ਅਸੀਂ ਕਿਸੇ ਆਦਮੀ ਨੂੰ ਇੱਕ ਪਾਣੀ ਦਾ ਗਿਲਾਸ ਪਿਆ ਦਈਏ, ਸਾਰੀ ਉਮਰ ਨਹੀਂ ਭੁੱਲਦਾ। ਉਹ ਆਦਮੀ ਮਿਲੇਗਾ, ਫਿਰ ਉਹ ਘਟਨਾ ਚੇਤੇ ਆਵੇਗੀ, ਇਹਨੂੰ ਪਾਣੀ ਪਿਆਇਆ ਸੀ, ਇਹਨੂੰ ਮੈਂ ਸਫ਼ਰ ਕਰਵਾਈ। ਚੰਗਿਆਈ ਨਹੀਂ ਭੁੱਲਦੀ, ਇਹ ਤੇ ਰੋਗ ਹੈ ਬੰਦੇ ਦਾ। ਬੁਰਿਆਈ ਕਰਦਾ ਹੈ ਤੇ ਬੁਰਿਆਈ ਨੂੰ ਤੇ ਭੁਲਾਉਣ ਦਾ ਯਤਨ ਕਰਦਾ, ਉਹ ਭੁੱਲਦੀ ਨਹੀਂ। ਯਤਨ ਕਰਦਾ ਬੁਰਿਆਈ ਕੀਤੀ ਸੀ, ਲੁਕ ਜਾਏ, ਭੁੱਲ ਜਾਏ। ਇਹ ਨੁਕਸ ਸਭ ਤੋਂ ਵੱਡੇ ਧਰਮੀ ਬੰਦੇ ਦਾ। ਬੁਰਿਆਈ ਤੇ ਪਰਦੇ ਪਾਉਂਦਾ, ਚੰਗਿਆਈ ਨੂੰ ਪ੍ਰਗਟ ਕਰਦਾ। ਤੇ ਇਹ ਇੱਕ ਸੱਚ ਹੈ, ਜਿਹੜੀ ਚੀਜ਼ ਨੂੰ ਬਹੁਤਾ ਲੁਕਾਈਏ ਉਹ ਬਹੁਤੀ ਵੱਧਦੀ ਹੈ। ਇਹ ਕੁਦਰਤ ਦਾ ਨਿਯਮ, ਜਿਹੜੀ ਚੀਜ਼ ਨੂੰ ਲੁਕਾ ਕੇ ਰੱਖੀਏ ਜ਼ਿਆਦਾ ਵਧੇਗੀ। ਬਹੁਤਾ ਪਰਦਾ ਪਾਇਆ ਗਿਆ, ਬਹੁਤਾ ਲੁਕਾਇਆ ਗਿਆ। ਕਈ ਰੋਗ ਐਸੇ ਨੇ ਸੰਸਾਰ ਵਿੱਚ, ਕਈ ਵਿਕਾਰ ਐਸੇ ਨੇ ਸੰਸਾਰ ਵਿੱਚ, ਬਾਹਰੋਂ ਲੋਕ ਉਹਦੀ ਗੱਲ ਹੀ ਨਹੀਂ ਕਰਦੇ। ਉਹਨੂੰ ਕਹਿੰਦੇ ਨੇ ਅਸਭਿਆ ਹੈ, ਸਮਾਜ ਤੋਂ ਨੀਵੀਂ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਨਾ, ਕ੍ਰੋਧ ਬਾਰੇ ਵੀ ਲਿਖਿਆ, ਕਾਮ ਬਾਰੇ ਵੀ ਲਿਖਿਆ ਹੈ। ਔਰ ਦਸਮ ਗ੍ਰੰਥ ਦੇ ਵਿੱਚ ਖੁੱਲ੍ਹ ਕੇ ਲਿਖਿਆ ਗਿਆ। ਅਸੀਂ ਕਹਿ ਤੇ ਧਰਮ ਹੈ ਹੀ ਨਹੀਂ, ਅਸ਼ਲੀਲਤਾ ਹੈ। ਪਰ ਇਹ ਵੀ ਖਿਆਲ ਰੱਖੋ, ਹਰ ਇੱਕ ਚੀਜ਼ ਦੀ ਹੱਦ ਹੈ, ਲੁਕਾਉਣ ਦੀ ਵੀ ਹੱਦ ਹੈ। ਜਿਸ ਚੀਜ਼ ਨੂੰ ਬਹੁਤਾ ਲੁਕਾ ਦਿੱਤਾ ਉਹ ਬਹੁਤ ਹੀ ਵੱਧ ਗਈ। ਇਸ ਦੇਸ਼ ਵਿੱਚ ਵਾਸ਼ਨਾ ਨੂੰ ਬਹੁਤਾ ਲੁਕਾਇਆ ਗਿਆ। ਇਸ ਕਰਕੇ ਸਾਰੀ ਦੁਨੀਆ ਦੇ ਦੇਸ਼ਾਂ ਦਾ ਸਰਵੇਖਣ ਕਰਕੇ ਵੇਖ ਲਈਏ, ਜਿੰਨਾ ਵਾਸ਼ਨਾ ਗ੍ਰਸਤ ਭਾਰਤ ਹੈ, ਦੂਜੇ ਦੇਸ਼ ਨਹੀਂ ਹਨ। ਇਹਨਾਂ ਦੇ ਮਨ ਵਿੱਚ ਸਭ ਤੋਂ ਜ਼ਿਆਦਾ ਹੈ। ਠੀਕ ਹੈ, ਬਾਹਰੋਂ ਗੱਲਾਂ ਬਹੁਤ ਚੰਗੀਆਂ ਨੇ, ਬਹੁਤ ਵਧੀਆ ਵਖਿਆਨ ਨੇ, ਬੜੇ ਸੋਹਣੇ ਕੱਪੜੇ ਨੇ, ਦੇਵਤੇ ਭਾਸਦੇ ਨੇ। ਬਾਹਰੋਂ ਤੇ ਇਉਂ ਲੱਗੇ ਕਿ ਇਹ ਦੇਸ਼ ਦੇਵਤਿਆਂ ਦਾ ਹੈ, ਪਰ ਕਿਤੇ ਡੂੰਘੇ ਥਾਂ 'ਤੇ ਖੋਜ ਕੇ ਦੇਖੋ, ਕਿਸੇ ਚੀਜ਼ ਨੂੰ ਬਹੁਤਾ ਲੁਕਾ ਦਿੱਤਾ ਜਾਏ, ਇਹਦਾ ਅਰਥ ਇਹ ਨਹੀਂ ਵੀ ਉਹਨੂੰ ਪ੍ਰਗਟ ਕਰੋ, ਪਰ ਉਹਦਾ ਵਿਗਿਆਨ ਸਮਝਣਾ ਬੜਾ ਜ਼ਰੂਰੀ ਹੈ, ਉਹਦੀ ਵਿੱਦਿਆ ਬੜੀ ਜ਼ਰੂਰੀ ਹੈ, ਉਹਦੇ ਬਾਰੇ ਜਾਣਕਾਰੀ ਚਾਹੀਦੀ ਸੰਸਾਰ ਨੂੰ। ਇਸ ਕਰਕੇ ਜਿਹੜੀ ਚੀਜ਼ ਨੂੰ ਅਸੀਂ ਲੁਕਾਉਂਦੇ ਹਾਂ, ਬੁਰਿਆਈ ਅਸੀਂ ਲੁਕਾਉਂਦੇ ਹਾਂ ਬਹੁਤੀ, ਤੇ ਬੀਜ ਜਿੰਨਾ ਧਰਤੀ ਵਿੱਚ ਲੁਕੋਇਆ ਜਾਏ ਉਹਨਾਂ ਜਲਦੀ ਉੱਗਦਾ, ਜਿੰਨਾ ਉੱਪਰ ਰਹਿ ਜਾਏ ਸੁੱਕ ਜਾਂਦਾ, ਖਤਮ ਹੋ ਜਾਂਦਾ।
ਚੰਗਿਆਈ ਨੂੰ ਅਸੀਂ ਬਾਹਰ ਟੰਗ ਕੇ ਰੱਖਦੇ ਹਾਂ ਕਿੱਲੀ ਤੇ, ਇਹ ਕੀਤੀ ਚੰਗਿਆਈ ਜੀ, ਇਹ ਕਰਾਇਆ ਹੈ, ਉਹ ਕੀਤਾ, ਉਹ ਬਾਹਰ ਟੰਗ ਕੇ ਰੱਖਦੇ, ਉਹਨੂੰ ਹਵਾ ਤੇ ਧੁੱਪ ਸੁਕਾ ਦਿੰਦੀਆਂ ਨੇ, ਖਤਮ ਹੋ ਜਾਂਦੀ ਚੰਗਿਆਈ। ਬੁਰਿਆਈ ਨੂੰ ਅਸੀਂ ਦਬਾਉਂਦੇ ਹਾਂ, ਬੁਰਿਆਈ ਨੂੰ ਲੁਕਾ ਕੇ ਰੱਖਦੇ ਹਾਂ, ਅਤੇ ਕੁਦਰਤ ਦਾ ਨਿਯਮ ਹੈ ਜਿਹੜੀ ਚੀਜ਼ ਨੂੰ ਲੁਕਾਓ ਉਹ ਜ਼ਿਆਦਾ ਵੱਧਦੀ, ਇਸ ਕਰਕੇ ਬੁਰਿਆਈ ਵੱਧ ਜਾਂਦੀ। ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਏ। ਸਾਰੀ ਅਰਦਾਸ ਹੀ ਇਹ ਕਹਿੰਦੀ ਏ, ਆਪਣੀਆਂ ਬੁਰਿਆਈਆਂ ਨੂੰ ਘੱਟੋ ਘੱਟ ਗੁਰੂ ਅੱਗੇ ਉਜਾਗਰ ਕਰ, ਲੋਕਾਂ ਅੱਗੇ ਤਾਂ ਨਹੀਂ ਕਰਨਾ। ਸੰਸਾਰ ਦੇ ਸਾਹਮਣੇ ਤੇ ਕਰਨਾ ਬਹੁਤ ਔਖਾ ਹੈ। ਪਹਿਲਾਂ ਇਹ ਸਿਧਾਂਤ ਹੈ ਸੀ, ਹੁਣ ਨਹੀਂ ਹੈ। ਪਹਿਲਾਂ ਇਹ ਸੰਵਿਧਾਨ ਸੀ, ਤਾਂ ਹੀ ਤੇ ਅਸੀਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰੂ ਨੇ, ਤੇ ਨਾਲ ਕਲਗੀਆਂ ਵਾਲੇ ਨੇ ਕਿਹਾ ਸੀ ਗੁਰੂ ਪੰਥ ਗੁਰੂ ਹੈ। ਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਸੀ, ਉਹ ਗਲਤੀ ਜਿਹੜੀ ਹੈ ਉਹ ਪੰਜ ਸਿੰਘਾਂ ਦੇ ਸਾਹਮਣੇ ਕਹਿੰਦਾ ਸੀ ਮੇਰੇ ਉੱਤੇ ਗਲਤੀ ਹੋ ਗਈ। ਅੱਜ ਵੀ ਇਹ ਸਿਧਾਂਤ ਹੈ ਅੰਮ੍ਰਿਤਧਾਰੀ ਸਿੰਘ ਦਾ, ਗਲਤੀ ਕੋਈ ਕਰੇ ਤੇ ਪੰਜਾਂ ਨੂੰ ਜ਼ਰੂਰ ਦੱਸੇ। ਇਹ ਸਿਧਾਂਤ ਸੀ। ਉਹਦੇ ਵਿੱਚ ਦੋ ਲਾਭ ਨੇ। ਇੱਕ ਤੇ ਬੰਦਾ ਗਲਤੀ ਕਰਨ ਲੱਗਿਆਂ ਝੱਕੇਗਾ ਕਿ ਮੈਨੂੰ ਦੱਸਣਾ ਪੈਣਾ ਹੈ, ਦੂਸਰਾ ਜਦੋਂ ਦੱਸੇਗਾ ਵਾਸ਼ ਹੋ ਜਾਏਗੀ, ਧੁੱਪ ਜਾਏਗੀ। ਪਰ ਅਸੀਂ ਕਰਦੇ ਕੀ ਹਾਂ? ਸਾਰੀਆਂ ਚੰਗਿਆਈਆਂ ਪ੍ਰਗਟ ਕਰਨੇ। ਜਿਸ ਬੰਦੇ ਨੂੰ ਮਿਲੀਏ, ਖੁਦ ਅਸੀਂ ਵੀ ਉਹਦੇ ਵਿੱਚ ਅਸੀਂ ਇਹ ਤੇ ਦੱਸਾਂਗੇ ਵੀ ਬਾਣੀ ਕਿੰਨੀ ਪੜ੍ਹਦੇ ਹਾਂ, ਇਹ ਕੌਣ ਦੱਸੇ ਝੂਠ ਕਿੰਨਾ ਬੋਲਦੇ ਹਾਂ। ਅਸੀਂ ਇਹ ਤੇ ਦੱਸਾਂਗੇ ਵੀ ਧਰਮੀ ਕਿੰਨੇ ਆ, ਅਸੀਂ ਇਹ ਕਿਵੇਂ ਦੱਸੀਏ ਵੀ ਕਲੇਸ਼ੀ ਕਿੰਨੇ ਆ, ਕ੍ਰੋਧੀ ਕਿੰਨੇ ਆ। ਉਹ ਕਿੱਥੇ, ਉਹ ਤੇ ਕੱਪੜੇ ਪਾਏ ਹੋਏ ਨੇ ਉਹਦੇ ਉੱਤੇ। ਪਰ ਸਮਾਂ ਪਾ ਕੇ ਉਹ ਹੀ ਪ੍ਰਗਟ ਹੁੰਦਾ ਜੋ ਮਨੁੱਖ ਦੇ ਅੰਦਰ ਹੈ, ਜੋ ਲੁਕਿਆ ਹੋਇਆ। ਜੋ ਜੀ ਹੋਏ ਸੋ ਉਗਵੈ, ਮੁਖ ਕਾ ਕਹਿਆ ਵਾਓ। ਜੋ ਅੰਦਰ ਹੈ ਬਾਹਰ ਉਹਨੇ ਪ੍ਰਗਟ ਹੋ ਹੀ ਜਾਣਾ ਹੈ। ਜਿੱਥੇ ਅੱਗ ਬਲਦੀ ਹੋਵੇ, ਬੰਦਾ ਕਵੇ ਧੂੰਆਂ ਨਾ ਨਿਕਲੇ, ਕਿਵੇਂ ਹੋ ਸਕਦਾ? ਸਗੋਂ ਉਹਨੂੰ ਖੁੱਲ੍ਹੇ ਛੱਡ ਦੇਣਾ ਚਾਹੀਦਾ ਉਸ ਅੱਗ ਨੂੰ, ਸ਼ਾਇਦ ਧੂੰਆਂ ਘਟ ਜਾਏਗਾ, ਪ੍ਰਗਟ ਘੱਟ ਹੋਵੇਗਾ। ਜੋ ਜੀ ਹੋਏ ਸੋ ਉਗਵੈ। ਔਰ ਇੱਥੇ ਖਿਆਲ ਰੱਖਣਾ, ਜੀ ਦੇ ਵਿੱਚ ਜੇ ਨਾਮ ਹੋਇਆ ਤੇ ਨਾਮ ਨੇ ਵੀ ਉਗ ਪੈਣਾ, ਜ਼ਰੂਰੀ ਨਹੀਂ ਬੁਰਿਆਈ ਨਹੀਂ ਉਗਦੀਆਂ ਨੇ। ਇਸ ਲਈ ਇੱਕ ਸਤਿਗੁਰੂ ਨੇ ਇੱਕ ਸਾਨੂੰ ਰਸਤਾ ਦੱਸਿਆ, ਕਹਿੰਦੇ ਚੰਗਿਆਈ ਨੂੰ ਰੱਖ ਅੰਦਰ ਤੇ ਬੁਰਿਆਈ ਨੂੰ ਕਰ ਪ੍ਰਗਟ। ਬੁਰਿਆਈ ਘਟਣੀ ਸ਼ੁਰੂ ਹੋ ਜਾਏਗੀ ਤੇ ਚੰਗਿਆਈ ਵਧਣੀ ਸ਼ੁਰੂ ਹੋ ਜਾਏਗੀ, ਇਹਦੇ ਵਿੱਚ ਵਾਧਾ ਹੋਵੇਗਾ। ਇਸ ਕਰਕੇ ਜੋ ਜੀ ਹੋਏ ਸੋ ਉਗਵੈ, ਜੋ ਅੰਦਰ ਹੈ ਉਹ ਹੀ ਉਗੇਗਾ। ਅੰਦਰ ਝਾਤੀ ਮਾਰ। ਇਸ ਕਰਕੇ ਮੂੰਹ ਕਾ ਕਹਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਘੱਟੋ ਘੱਟ ਬੰਦਾ ਹਿੰਮਤ ਕਰੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਜ਼ਰੂਰ ਗੱਲ ਕਰੇ। ਜਿੰਨੀਆਂ ਅਰਦਾਸਾਂ ਨੇ ਅਵਗੁਣਾਂ ਦੀ ਸਾਰੀ ਅਰਦਾਸ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੋਤਾ। ਤੇਰਾ ਨਾਮ ਪਤਿਤ ਪਾਵਨ ਕਿਵੇਂ ਹੋਣਾ ਸੀ? ਬੇਨਤੀ ਕਰ ਰਿਹਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਣ ਦੀ ਗੱਲ ਕਰਦੇ ਨੇ। ਜਿਹੜੀ ਚੀਜ਼ ਨੂੰ ਲੁਕਾਈਏ, ਬੁਰਿਆਈ ਨੂੰ ਅਸੀਂ ਲੁਕਾਉਂਦੇ ਹਾਂ, ਚੰਗਿਆਈ ਨੂੰ ਪ੍ਰਗਟ ਕਰਨੇ ਆ, ਚੰਗਿਆਈ ਜਿਹੜੀ ਹੈ ਉਹ ਘਟ ਜਾਂਦੀ, ਸੁੱਕ ਜਾਂਦੀ ਹੈ। ਇਸ ਕਰਕੇ ਦਾਨ ਜਿਹੜਾ ਸ਼ਬਦ ਹੈ, ਜੋ ਕੁਝ ਅਸੀਂ ਧਰਮ ਹਿੱਤ ਦਿੰਦੇ ਹਾਂ, ਉਹ ਦਾਨ ਸ਼ਬਦ ਨਾਲ ਸੰਬੰਧਿਤ ਨਹੀਂ। ਦਾਨ ਉਦੋਂ ਅਸੀਂ ਕਰ ਸਕਾਂਗੇ, ਦਾਨ ਸਿਰਫ ਬ੍ਰਹਮ ਗਿਆਨੀ ਕਰ ਸਕਦਾ, ਦੂਜਾ ਨਹੀਂ। ਇਹ ਭੇਟਾ ਦੇ ਸਕਨੇ ਆ, ਭੇਟ ਦੇ ਸਕਨੇ ਆ, ਦਾਨ ਨਹੀਂ। ਦਾਨ ਉਦਣ ਦਿਆਂਗੇ ਜਿੱਦਣ ਅਸੀਂ ਬੇਲੋੜ ਹੋ ਗਏ, ਸਾਨੂੰ ਲੋੜ ਕੋਈ ਨਾ ਰਹੀ। ਦਾਨ ਉਦਣ ਕਰ ਸਕਾਂਗੇ ਜਿੱਦਣ ਇੱਛਾ ਰਹਿਤ ਹੋ ਗਏ, ਕਰਮ ਕਰਤ ਹੋਵੇ ਨਿਕਰਮ, ਕੋਈ ਇੱਛਾ ਨਹੀਂ। ਧਰਮ ਕਮਾਇਆ ਜਾ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਲੰਗਰ ਲਾਇਆ ਜਾ ਰਿਹਾ, ਸੇਵਾ ਕੀਤੀ ਜਾ ਰਹੀ, ਇੱਛਾ ਕੋਈ ਵੀ ਨਹੀਂ। ਹੁਣ ਉਹ ਬੰਦਾ ਜੋ ਵੀ ਕਰੇਗਾ, ਬੇਨਤੀ ਕਰਾਂ, ਇਕੱਲਾ ਇਹ ਨਹੀਂ ਕਿ ਜੇਬ ਵਿੱਚੋਂ ਧਨ ਕੱਢ ਕੇ ਦੇਵੇਗਾ ਤੇ ਉਹੀ ਦਾਨ ਹੋਵੇਗਾ, ਨਹੀਂ। ਉਸ ਬੰਦੇ ਨੇ ਦ੍ਰਿਸ਼ਟੀ ਭਰ ਕੇ ਕਿਸੇ ਵੱਲ ਵੇਖ ਵੀ ਲਿਆ, ਉਹਦੀ ਦ੍ਰਿਸ਼ਟੀ ਵੀ ਦਾਨ ਹੋ ਜਾਏਗੀ, ਕਿ ਉਹਦੀ ਦ੍ਰਿਸ਼ਟੀ ਵਿੱਚ ਨਾਮ ਹੈ। ਉਹਨੇ ਜਿਹੜੀ ਚੀਜ਼ ਨੂੰ ਹੱਥ ਲਾ ਦਿੱਤਾ, ਉਹਦਾ ਹੱਥ ਲਾਉਣਾ ਵੀ ਦਾਨ ਹੈ। ਇਸ ਜ਼ਮੀਨ ਤੇ ਉਹਦਾ ਤੁਰਨਾ ਵੀ ਦਾਨ ਹੈ।
क्योंकि निरस्वार्थ हो गया, अपना आप ही सौंप दिता, अपने आप ਨੂੰ ਚੜਾ ਦਿੱਤਾ। ਇਸ ਕਰਕੇ ਬੜਾ ਫਰਕ ਹੈ ਸੰਸਾਰੀ ਤੇ ਭਗਤ ਦੀ ਭੇਟ ਵਿੱਚ, ਬੜਾ ਫਰਕ ਹੈ। ਸੰਸਾਰੀ ਬੜਾ ਕੁਝ ਭੇਟ ਕਰਦਾ ਪਰ ਆਪਣੇ ਆਪ ਨੂੰ ਬਚਾ ਲੈਂਦਾ, ਆਪਣੇ ਆਪ ਨੂੰ ਭੇਟ ਨਹੀਂ ਕਰਦਾ। ਭਗਤ ਇਹਦੇ ਤੋਂ ਵੱਖਰਾ ਹੈ। ਭਗਤ ਹੋਰ ਕੁਝ ਭੇਟ ਨਹੀਂ ਕਰਦਾ। ਉਹ ਕਹਿੰਦਾ ਜਿਹੜੀ ਬਿਮਾਰੀ ਦੀ ਜੜ ਹੈ ਉਹਨੂੰ ਭੇਟ ਕਰੋ ਪਹਿਲਾਂ, ਸਭ ਤੋਂ ਪਹਿਲਾਂ ਤਨ ਮਨ ਅਰਪੋ, ਤਨ ਤੇ ਮਨ ਹੋਮ ਚੜਾਓ, ਇਹਨੂੰ ਭੇਟ ਦੇ ਦੇ ਸਰੀਰ ਨੂੰ ਤੇ ਮਨ ਨੂੰ। ਇਹ ਸਭ ਤੋਂ ਵੱਡੀ ਭੇਟਾ ਹੈ, ਮਨ ਦੇਣਾ, ਤਨ ਦੇਣਾ। ਇਸ ਕਰਕੇ ਕਹਿੰਦੇ ਨੇ ਕਿ ਦਾਨ ਸਿਰਫ ਬ੍ਰਹਮ ਗਿਆਨੀ ਕਰ ਸਕਦਾ। ਦਾਨੀ ਸਿਰਫ ਉਹ ਹੈ ਜਿਹਨੂੰ ਲੋੜ ਕੋਈ ਨਹੀਂ, ਸਿਰਫ ਦਿੰਦਾ ਹੈ, ਵਾਪਸ ਕੁਝ ਨਹੀਂ ਚਾਹੁੰਦਾ। ਤੇ ਜਦੋਂ ਸਿਰਫ ਆਪਾਂ ਦਿੰਦੇ ਹਾਂ ਉਦੋਂ ਦਾਨ ਬਣ ਜਾਂਦਾ, ਉਸ ਤੋਂ ਪਹਿਲਾਂ ਭੇਟਾ ਹੁੰਦੀ ਹੈ। ਤਾਂ ਭੇਟ ਸ਼ਬਦ ਦਾ ਖਿਆਲ ਰੱਖਣਾ, ਇਹ ਵਰਤਿਆ ਜਾ ਸਕਦਾ। ਦਾਨ ਸਿਰਫ ਪਰਮਾਤਮਾ। ਤਾਂ ਅੱਜ ਦੇ ਸ਼ਬਦ ਵੱਲ ਜੁੜਨ ਦਾ ਯਤਨ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਨ ਹੈ ਅੰਦਰ ਕਾਹਦਾ, ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਣ, ਇਨ ਮੈਂ ਕਛ ਤੇਰੋ ਨਹੀਂ। ਇਨ ਮੈਂ, ਇਹ ਕੌਣ ਨੇ? ਇਨ ਮੈਂ, ਜੋ ਜੋ ਚੀਜ਼ਾਂ ਤੇਰੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ ਹੈ। ਤੇਰਾ ਇਹਨਾਂ ਵਿੱਚੋਂ ਕੁਝ ਨਹੀਂ, ਜਿਹੜੀਆਂ ਚੀਜ਼ਾਂ ਤੇਰੇ ਸਰੀਰ ਨਾਲ ਜੁੜੀਆਂ ਨੇ। ਅੱਜ ਦੇ ਦੋਵੇਂ ਸ਼ਲੋਕਾਂ ਵਿੱਚ ਦੋ ਚੀਜ਼ਾਂ ਦੇ ਮਾਣ ਦਾ ਵਰਣਨ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ। ਪਹਿਲੇ ਸ਼ਲੋਕ ਵਿੱਚ ਸਰੀਰ ਤੋਂ ਬਿਨਾਂ ਜਿੰਨੀ ਸਮੱਗਰੀ ਹੈ, ਸਰੀਰ ਤੋਂ ਬਿਨਾਂ ਜਿੰਨੀ ਵੀ ਸਮੱਗਰੀ ਹੈ ਉਹਦੀ ਵਿਆਖਿਆ ਕਰ ਰਹੇ ਨੇ। ਸਰੀਰ ਨਾਲ ਸੰਬੰਧਿਤ ਕੱਪੜੇ ਨੇ, ਹਜ਼ੂਰ ਕਹਿੰਦੇ ਤੇਰੇ ਨਹੀਂ, ਪਾ ਲਿਆ ਕਰ, ਜ਼ਰੂਰ ਪਹਿਨਿਆ ਕਰ। ਵਸਤਰ ਪਹਿਨ ਸਕਣਾ, ਤੇਰੇ ਨਹੀਂ, ਕਿਉਂਕਿ ਇਹ ਸੱਚ ਹੈ। ਤੁਸੀਂ ਕਈ ਵਾਰੀ ਵੇਖਣਾ ਸਰੀਰ ਦੀ ਉਮਰ ਘੱਟ ਹੁੰਦੀ ਹੈ, ਕੱਪੜਿਆਂ ਦੀ ਜ਼ਿਆਦਾ ਹੈ। ਸਭ ਤੋਂ ਪਹਿਲਾਂ ਤੇ ਵਸਤਰ, ਮੈਂ ਛੋਟੀਆਂ ਛੋਟੀਆਂ ਕਿਹੜੀਆਂ ਚੀਜ਼ਾਂ ਨੂੰ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ, ਇਨ ਮੈਂ ਕਛ ਤੇਰੋ ਨਹੀਂ। ਆਪ ਜੀ ਕਹੋਗੇ ਵੀ ਇਹ ਸਾਰੀ ਵਿਆਖਿਆ ਇੱਕੋ ਵਿਚਾਰ ਦੇ ਦੁਆਲੇ ਕਿਉਂ ਘੁੰਮਦੀ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੇ ਹੀ ਸ਼ਲੋਕਾਂ ਵਿੱਚ ਇੱਕੋ ਹੀ ਧੁਰੇ ਤੇ ਹਥੌੜਾ ਲੈ ਕੇ ਚੋਟ ਮਾਰੀ ਜਾ ਰਹੇ। ਉਹ ਇਹ ਵੀ ਸੰਸਾਰ ਤੇਰੇ ਤੋਂ ਛੁੱਟ ਜਾਏਗਾ ਜਾਂ ਤੂੰ ਸੰਸਾਰ ਨੂੰ ਛੱਡ ਦੇ। ਇਹ ਬੜਾ ਅਜੀਬ ਲੱਗਦਾ ਗਿਆਨ, ਪਰ ਇਹ ਸੱਚਾਈ ਹੈ। ਮੈਂ ਵੀ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਸ਼ਲੋਕ ਨੇ ਇਹਨਾਂ ਤੋਂ ਪਾਸੇ ਨਹੀਂ ਜਾ ਸਕਾਂਗਾ। ਇਹ ਅਰਥ ਇਹ ਆਉਣਗੇ ਵਾਰ-ਵਾਰ, ਸਰੀਰ ਝੂਠਾ ਹੈ, ਸੰਸਾਰ ਝੂਠਾ ਹੈ, ਧਨ ਝੂਠਾ, ਤੇਰਾ ਨਹੀਂ ਹੈ, ਸਭ ਬਿਨਸ ਜਾਣ ਵਾਲੇ। ਕਿਉਂ ਇਹਦੇ ਉੱਤੇ ਚੋਟ ਮਾਰ ਰਹੇ ਨੇ? ਕਿਉਂਕਿ ਇਹ ਸਾਰੀਆਂ ਚੀਜ਼ਾਂ ਰੁਕਾਵਟ ਨੇ ਸੁੱਖ ਨੂੰ ਪ੍ਰਾਪਤ ਕਰਨ ਵਿੱਚ। ਅਸਲ ਵਿੱਚ ਇਹਨਾਂ ਸਾਰੇ ਸ਼ਲੋਕਾਂ ਵਿੱਚ ਸੁੱਖ ਦੇ ਧੁਰੇ ਨੂੰ ਹੱਥ ਪਾਉਣ ਦੀ ਜਾਂਚ ਦੱਸੀ ਗਈ ਹੈ। ਰੁਕਾਵਟ ਹੈ ਰਸਤੇ ਦੇ ਵਿੱਚ ਪਦਾਰਥਾਂ ਦਾ ਮੋਹ। ਜਿੰਨਾ ਚਿਰ ਉਹ ਨਹੀਂ ਹਟਦਾ, ਆਨੰਦ ਦੀ ਕੋਈ ਸੰਭਾਵਨਾ ਨਹੀਂ। ਜਿੰਨਾ ਚਿਰ ਰਾਹ ਵਿੱਚ, ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰ ਰਿਹਾ ਸੀ, ਬੰਦੇ ਦਾ ਮਨ ਕਿਵੇਂ ਸਮਝੇ, ਉਦਮ ਕੀਤਾ ਗਿਆ। ਵਸਤਰ ਬੰਦੇ ਨਾਲ ਸਭ ਤੋਂ ਜ਼ਿਆਦਾ ਸੰਬੰਧਿਤ ਵਸਤੂ ਹੈ, ਖਿਆਲ ਰੱਖਣਾ। ਭਾਵੇਂ ਕਿੰਨੀਆਂ ਚੀਜ਼ਾਂ ਨੇ, ਕੁਟੁੰਬ ਦੇ ਪੁੱਤਰ ਨੇ, ਮਕਾਨ ਹੈ, ਜ਼ਮੀਨ ਹੈ, ਪ੍ਰਾਪਰਟੀ ਹੈ, ਕਿੰਨਾ ਕੁਝ ਹੈ, ਪਰ ਸਭ ਤੋਂ ਨਜ਼ਦੀਕੀ ਜਿਹੜਾ ਰਿਸ਼ਤਾ ਹੈ ਉਹ ਬੰਦੇ ਦਾ ਵਸਤਰ ਨਾਲ ਹੈ। ਤੁਸੀਂ ਕਦੀ ਵੇਖਣਾ ਜਿਹੜੇ ਸਾਡੇ ਕੋਲੋਂ ਚਲੇ ਗਏ, ਵਸਤਰ ਉਹਨਾਂ ਦੇ ਕਿੱਲੀਆਂ ਤੇ ਟੰਗੇ ਵੇਖੇ ਨੇ, ਉਹਨਾਂ ਨੇ ਆਪ ਟੰਗੇ, ਉੱਥੇ ਹੀ ਪਏ ਹੋਏ ਨੇ। ਪਤਾ ਨਹੀਂ ਸਿਰ ਕਿੱਧਰ ਚਲਾ ਗਿਆ, ਪੱਗ ਉੱਥੇ ਹੀ ਪਈ ਹੋਈ ਹੈ। ਬਾਬਾ ਫਰੀਦ ਸਾਹਿਬ ਤਾਂ ਹੀ ਕਹਿੰਦੇ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ। ਕਹਿੰਦੇ ਮੈਂ ਪੱਗ ਨੂੰ ਬੜੀ ਸਵਾਰਦਾ ਰਹਿਣਾ, ਮੈਲੀ ਨਾ ਹੋਵੇ। ਹੁਣ ਇੱਥੇ ਵੀ ਖਿਆਲ ਰੱਖਣਾ, ਇਹਦਾ ਅਰਥ ਇਹ ਨਹੀਂ ਵੀ ਪੱਗ ਮੈਲੀ ਬੰਨ੍ਹਣੀ ਚਾਹੀਦੀ ਹੈ। ਹਰ ਇੱਕ ਵਿਚਾਰ ਦੇ ਨਾਲ ਬੰਦਾ ਆਪਣੇ ਅਰਥ ਕੱਢ ਲੈਂਦਾ ਹੈ। ਮੈਲੀ ਪੱਗ ਦਾ ਅਰਥ ਨਹੀਂ, ਕੋਈ ਵੀ ਵਿਚਾਰ ਅਸੀਂ ਉਹਨੂੰ ਗਲਤ ਵਰਤ ਸਕਦੇ ਹਾਂ। ਮੈਲੇ ਕੱਪੜਿਆਂ ਦਾ ਇੱਥੇ ਸੰਬੰਧ ਨਹੀਂ। ਕਹਿੰਦੇ ਪਾ ਧੋ ਕੇ ਸਫਾਈ ਰੱਖ, ਪਵਿੱਤਰਤਾ ਰੱਖ, ਜ਼ਰੂਰੀ ਹੈ ਬੜੀ। ਉਦੋਂ ਸਾਜਣ ਦੀ ਗੱਲ ਕੀਤੀ ਗਈ ਹੈ, ਬਾਬਾ ਫਰੀਦ ਸਾਹਿਬ ਖੁਦ ਕਰਦੇ। ਹਾਲਾਂਕਿ ਅਰਬ ਜਿਹੜੇ ਦੇਸ਼ ਨੇ
ਉਹਨਾਂ ਵਿੱਚ ਪਾਣੀ ਬੜਾ ਘੱਟ ਸੀ, ਚਲੋ ਇਸ਼ਨਾਨ ਤੋਂ ਛੋਟ ਦੇ ਦਿੱਤੀ ਇਸਲਾਮ ਨੇ। ਵੈਸੇ ਤੇ ਉਹ ਬੜੇ ਪਵਿੱਤਰ ਰਹਿੰਦੇ ਨੇ ਇਸਲਾਮ ਵਾਲੇ। ਉਹ ਜਿੱਥੇ ਨਮਾਜ਼ ਪੜ੍ਹਨ ਜਾਂਦੇ ਨੇ, ਅੱਜ ਤੇ ਪਤਾ ਨਹੀਂ ਕਿਉਂਕਿ ਹੁਣ ਤੇ ਸਾਰਾ ਕੁਝ ਤਬਦੀਲ ਹੋ ਗਿਆ, ਉਹਨਾਂ ਦੇ ਨਮਾਜ਼ ਪੜ੍ਹਨ ਵਾਲੇ ਕੱਪੜੇ ਵੱਖਰੇ ਨੇ, ਆਮ ਕੱਪੜਿਆਂ ਨਾਲੋਂ ਨਮਾਜ਼ ਨਹੀਂ ਪੜ੍ਹਦੇ। ਚਲੋ ਜਿਹੜੀ ਨਮਾਜ਼ ਉਹ 5 ਵਕਤੀ ਪੜ੍ਹਦੇ ਨੇ, ਉਹ ਤੇ ਕੰਮ ਵਿੱਚ ਹੁੰਦੇ ਨਾ, ਉੱਥੇ ਤਾਂ ਉਹ ਹੀ ਪਾਈ ਰੱਖਦੇ, ਉਹ ਤੇ ਮੂੰਹ ਜ਼ਬਾਨੀ ਹੈ, ਉਹਦਾ ਕਿਸੇ ਸੰਗਤ ਨਾਲ ਪਬਲਿਕ ਨਾਲ ਸੰਬੰਧ ਨਹੀਂ, ਇਕੱਲੇ ਨੇ। ਪਰ ਮੇਰੇ ਖਿਆਲ ਵਿੱਚ ਆਇਆ ਕਿ ਜਦੋਂ ਉਹ ਆਪਣੀ ਨਮਾਜ਼ ਪੜ੍ਹਦੇ ਨੇ ਇਕੱਠੇ ਹੋ ਕੇ, ਉਹਨਾਂ ਦੇ ਵਸਤਰ ਤੁਸੀਂ ਵੇਖਣਾ ਸਾਰਿਆਂ ਦੇ ਇੱਕੋ ਰੰਗ ਦੇ ਹੋਣਗੇ, ਸਫੈਦ ਬਿਲਕੁਲ, ਔਰ ਨਹਾਤੇ ਧੋਤੇ ਹੋਣਗੇ ਉਸ ਦਿਨ, ਸਰੀਰ ਦੀ ਕਿਰਿਆ ਬਿਲਕੁਲ ਸ਼ੁੱਧ ਹੋਵੇਗੀ। ਇਹਦੇ ਵਿੱਚ ਬੜਾ ਯੋਗਦਾਨ ਹੈ ਜੀਵਨ ਦੇ। ਸਾਡੇ ਜੀਵਨ ਵਿੱਚ ਮੈਂ ਬੇਨਤੀ ਕਰਾਂ, ਅਸੀਂ ਬਾਹਰੋਂ ਤੇ ਸੈਂਟ ਬਹੁਤ ਰੱਖੇ ਨੇ, ਘਰਾਂ ਵਿੱਚ ਅਲਮਾਰੀਆਂ ਭਰੀਆਂ ਪਈਆਂ ਨੇ, ਅਸੀਂ ਉੱਪਰਲੇ ਕੱਪੜਿਆਂ ਦਾ ਬਹੁਤਾ ਖਿਆਲ ਰੱਖਣਾ, ਪਰ ਨਾਮ ਦਾ ਸੰਬੰਧ ਬੰਦੇ ਦੇ ਸਰੀਰ ਨਾਲ ਹੈ, ਉਹਦੀ ਦੇਹ ਨਾਲ ਸੰਬੰਧ ਹੈ, ਕੱਪੜਿਆਂ ਨਾਲ ਨਹੀਂ, ਖਿਆਲ ਰੱਖ, ਬਾਹਰ ਨਾਲ ਨਹੀਂ ਹੈ। ਜੇ ਉਹਦੀ ਦੇਹ ਹੀ ਸ਼ੁੱਧ ਨਹੀਂ ਹੋਈ ਤੇ ਨਾਮ ਉੱਥੇ ਕੰਮ ਨਹੀਂ ਕਰੇਗਾ। ਇਹ ਇੱਕ ਸੱਚ ਹੈ। ਬ੍ਰਹਿਮੰਡ ਦੇ ਵਿੱਚ ਵਿਚਰਦੀਆਂ ਮਹਾਨ ਧਾਰਮਿਕ ਸ਼ਕਤੀਆਂ ਤੋਂ ਵੀ ਬੰਦਾ ਤਾਂ ਹੀ ਲਾਭ ਲੈ ਸਕਦਾ ਹੈ ਜੇ ਉਹਦੀ ਦੇਹ ਸ਼ੁੱਧ ਹੈ। ਜੇ ਦੇਹ ਅਸ਼ੁੱਧ ਹੈ ਤੇ ਉਹ ਕੰਮ ਨਹੀਂ ਕਰਨਗੀਆਂ, ਇਹ ਵੀ ਖਿਆਲ ਰੱਖਣਾ। ਤਾਂ ਇਹ ਇਸਲਾਮ ਨੇ ਫਿਰ ਇੱਕ ਆਮ ਬੰਦੇ ਵਾਸਤੇ ਕਾਢ ਕੱਢੀ, ਕਹਿਣ ਲੱਗੇ ਘੱਟੋ ਘੱਟ ਹੱਥ ਤੇ ਧੋ ਸੱਜਣਾ। ਉਹ ਫਰੀਦ ਸੀ ਜੀ ਦਾ ਬਚਨ ਹੈ, ਸ਼ਲੋਕ, ਉੱਠ ਫਰੀਦਾ ਊਜੂ ਸਾਜ। ਊਜੂ ਦਾ ਅਰਥ ਹੈ 5 ਇਸ਼ਨਾਨਾ ਕਰਨਾ। ਚੱਲ ਪਾਣੀ ਨਹੀਂ ਤੇਰੇ ਕੋਲ, ਵਕਤ ਘੱਟ ਹੈ, ਬਈ ਤੂੰ ਨਮਾਜ਼ ਪੜ੍ਹਨੀ ਹੈ, ਤੂੰ ਖੁਦਾ ਨੂੰ ਚੇਤੇ ਕਰਨਾ, ਤੂੰ ਆਤਮਾ ਦੀ ਗੱਲ ਕਰਨੀ ਹੈ, ਤੂੰ ਧਿਆਨ ਵਿੱਚ ਜਾਣਾ ਹੈ, ਤੇ ਹੋਰ ਕੰਮ ਚੱਲ ਨਾ ਕਰੀ, ਤੂੰ ਘੱਟੋ ਘੱਟ ਹੱਥ ਤੇ ਧੋ ਲੈ, ਉਹ ਵੀ ਤੂੰ ਮਲ ਦਿੱਤੇ ਸਾਰੇ ਇਕੱਠੇ ਕਰਕੇ। ਉੱਠ ਫਰੀਦਾ ਊਜੂ ਸਾਜ। ਊਜੂ ਸ਼ਬਦ ਬਣਿਆ ਵਜ਼ੂ ਤੋਂ, ਵਜ਼ੂ ਦੇ ਅਰਥ ਨੇ ਹੱਥ ਮੂੰਹ ਧੋਣਾ, ਹੱਥ ਪੈਰ ਧੋਣੇ। ਉੱਠ ਫਰੀਦਾ ਊਜੂ ਸਾਜ, ਸੁਬਹ ਨਵਾਜ਼ ਗੁਜ਼ਾਰ। ਊਜੂ ਸਾਜ ਕੇ ਕਰ, 5 ਇਸ਼ਨਾਨਾ ਕਰ। ਪਵਿੱਤਰਤਾ ਦੀ ਗੱਲ ਕੀਤੀ ਹੈ, ਔਰ ਇਹਦੇ ਸੰਬੰਧ ਵਿੱਚ ਅਸੀਂ ਬਹੁਤ ਨਲਾਇਕ ਹਾਂ, ਖਿਆਲ ਰੱਖਣਾ। ਤੁਸੀਂ ਕਦੀ ਵੇਖਣਾ ਕਿ ਰਿਵਾਜ ਚੱਲਿਆ, ਮਜਬੂਰੀ ਹੈ ਪ੍ਰਬੰਧਕਾਂ ਦੀ ਵੀ, ਉਹਨਾਂ ਨੇ ਵੀ ਗੁਟਕਾ ਸਾਹਿਬ ਦਰਬਾਰ ਵਿੱਚ ਰੱਖੇ ਹੁੰਦੇ ਨੇ, ਇੱਥੇ ਵੀ ਪਏ ਨੇ, ਹੋਰ ਵੀ ਗੁਰਦੁਆਰਿਆਂ ਵਿੱਚ। ਪਰ ਪਾਠ ਕਰਨ ਦਾ ਢੰਗ ਵੇਖੋ, ਆਦਮੀ ਬਾਹਰੋਂ ਆਉਂਦਾ ਹੈ, ਇੱਕ ਵਾਰੀ ਤੇ ਹੱਥ ਧੋ ਲੈ, ਪਰ ਉਹਨੇ ਸਾਰੇ ਹੱਥ ਕਈ ਵਾਰੀ ਜ਼ਮੀਨ ਤੇ ਲਾਏ, ਕਈ ਵਾਰੀ ਆਪਣੇ ਮੂੰਹ ਤੇ ਮਲੇ, ਉਹਨਾਂ ਨਾਲ ਫਿਰ ਗੁਟਕਾ ਸਾਹਿਬ ਲਿਆ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਹ ਤਰੀਕਾ ਹੀ ਗਲਤ ਹੈ, ਜਿੱਥੇ ਕਥਾ ਕੀਰਤਨ ਹੋਵੇ ਉੱਥੇ ਬਾਣੀ ਪੜ੍ਹੀ ਜਾਓ। ਗੁਰਦੁਆਰੇ ਵਿੱਚ ਵੀ ਇੱਕ ਵੱਖਰਾ ਹਾਲ ਚਾਹੀਦਾ ਬਾਣੀ ਪੜ੍ਹਨ ਵਾਸਤੇ। ਜੇ ਕਿਸੇ ਨਿਤਨੇਮ ਕਰਨਾ ਤੇ ਵੱਖਰੀ ਥਾਂ ਤੇ ਹੋਵੇ, ਇੱਕ ਥਾਂ ਤੇ ਇੱਕ ਕੰਮ ਹੋ ਰਿਹਾ। ਪਰ ਕੀ ਕਰੀਏ, ਅਸੀਂ ਧਰਮੀ ਵੀ ਸਿਰੇ ਦੇ ਬਣਨਾ ਤੇ ਅਸੀਂ ਧਰਮ ਦੀ ਜਾਂਚ ਵੀ ਨਹੀਂ ਸਿੱਖਣੀ। ਇੱਕ ਹੱਥ ਨਾਲ ਸੌਦਾ ਤੋਲ ਰਹੇ ਹਾਂ, ਦੂਜੇ ਹੱਥ ਵਿੱਚ ਸੁਖਮਣੀ ਸਾਹਿਬ ਦਾ ਗੁਟਕਾ ਫੜਿਆ ਹੋਇਆ। ਇੰਨੇ ਕੰਮ ਇਕੱਠੇ ਇੱਕਦਮ, ਇਸ ਲਈ ਕੁਝ ਵੀ ਨਹੀਂ ਹੁੰਦਾ। ਸਾਰੇ ਕੰਮ ਇੱਕੋ ਟਾਈਮ ਤੇ ਇੱਕੋ ਹੀ ਕੰਮ ਕਰੇਗਾ। ਦੂਸਰਾ, ਉਹ ਬੜੇ ਘੱਟ ਲੋਕ ਨੇ, ਤੁਸੀਂ ਕਹੋਗੇ ਕਈ ਥਾਵਾਂ ਤੇ ਕੀਰਤਨ ਪਾਠ ਇਕੱਠਾ ਹੁੰਦਾ, ਉਹ ਗੱਲ ਹੋਰ ਹੈ। ਬੰਦੇ ਦੀ ਜਦੋਂ ਕਪੈਸਿਟੀ ਬਹੁਤ ਵੱਧ ਜਾਂਦੀ ਤਾਂ ਇੱਕੋ ਵਕਤ ਕਈ ਕੰਮ ਕਰ, ਜਿੱਥੋਂ ਅਸੀਂ ਤੁਰਨਾ ਅਸੀਂ ਨਹੀਂ ਕਰ ਸਕਦੇ, ਸਾਨੂੰ ਇੱਕੋ ਹੀ ਕੰਮ ਕਰਨਾ ਪਏਗਾ। ਪਰ ਇਹਦਾ ਕੋਈ ਸਿਧਾਂਤ ਨਹੀਂ, ਕੋਈ ਸੰਵਿਧਾਨ ਨਹੀਂ। ਜਿਹੜਾ ਮਰਜ਼ੀ ਆਦਮੀ ਆਉਂਦਾ ਹੈ, ਜਿੱਥੋਂ ਮਰਜ਼ੀ ਆਉਂਦਾ ਹੈ, ਜਿਵੇਂ ਦੇ ਮਰਜ਼ੀ ਵਸਤਰ ਪਾਏ ਨੇ, ਉਹ ਕਹੇਗਾ ਜੀ ਮੇਰਾ ਵੀ ਹੱਕ ਹੈ, ਮੈਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਨੂੰ ਜ਼ਰੂਰ ਹੱਥ ਲਾਉਣਾ ਹੈ, ਭਾਵੇਂ ਕਿੱਥੋਂ ਲਾ ਕੇ ਆਇਆ। ਕੀ ਗੁਰੂ ਨੂੰ ਪਤਾ ਨਹੀਂ ਹੈ? ਉਹਦਾ ਇੱਕ ਮਾਣ ਹੋ ਸਕਦਾ, ਉਹਦੀ ਥਾਂ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਤਾਬਿਆ ਵਿੱਚ ਬਹਿਣ ਦਾ ਇੱਕ ਅਧਿਕਾਰ ਹੈ, ਖਿਆਲ ਰੱਖਣਾ। ਮੈਂ ਥੋੜ੍ਹਾ ਜਿਹਾ ਦੇ ਉੱਤੇ ਬੇਨਤੀ ਕਰਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਤਾਬਿਆ ਤੇ ਬਹਿਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨਾ, ਇਹਦਾ ਇੱਕ ਰਾਖਵਾਂ ਥਾਂ ਹੈ। ਉਹ ਵਿਅਕਤੀ ਕਰ ਸਕਦਾ ਜਿਹਦੇ ਸਰੀਰ ਦੀ ਕਿਰਿਆ ਦੇ ਅਨੁਸਾਰ ਹੋਵੇ, ਦੂਜਾ ਨਹੀਂ। ਉਹਨੂੰ ਉਸ ਢੰਗ ਦਾ ਪਤਾ ਹੈ, ਉਹਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ। ਇਸ ਕਰਕੇ ਮੈਂ ਛੋਟੇ ਛੋਟੇ ਵਿਸ਼ੇ ਆਪ ਜੀ ਨਾਲ ਸਾਂਝੇ ਕਰ ਰਿਹਾ। ਵਸਤਰ ਕੀ ਹੈ?
ਫਰੀਦ ਸਾਹਿਬ ਕਹਿੰਦੇ ਨੇ ਮੈਨੂੰ ਪੱਗ ਦਾ ਭੁਲੇਵਾਂ ਕਿਤੇ ਮੈਲੀ ਨਾ ਹੋ ਜਾਏ, ਪਰ ਫਰੀਦ ਸਾਹਿਬ ਕਹਿੰਦੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਧਿਆਨ ਸਾਰਾ ਦਿਨ ਹੀ ਪੱਗ ਵਿੱਚ, ਧਿਆਨ ਸਾਰਾ ਦਿਨ ਕੱਪੜਿਆਂ ਵਿੱਚ, ਬੰਦਾ ਤੇ ਜਿਉਂਦੇ ਕੱਪੜੇ ਨਾਲ ਹੈ। ਮਤ ਮੈਲੀ ਹੋ ਜਾਏ ਗਹਿਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਏ। ਜਿਸ ਸਿਰ ਦੇ ਉੱਤੇ ਪੱਗ ਬੰਨੀ ਤੈਨੂੰ ਪਤਾ ਨਹੀਂ ਵੀ ਮਿੱਟੀ ਦਾ ਹੀ ਹੈ, ਮਿੱਟੀ ਨੇ ਇਸ ਨੂੰ ਖਾ ਜਾਣਾ, ਖਤਮ ਕਰ ਦੇਣਾ ਇਹਦੇ ਮਾਸ। ਇਹ ਕਿਉਂ ਕਿਹਾ? ਹਾਲਾਂਕਿ ਪੱਗ ਦੀ ਗੱਲ ਤੇ ਗੁਰੂ ਸਾਹਿਬ ਨੇ ਖੁਦ ਕੀਤੀ, ਪੱਗਾਂ ਦਸਤਾਰਾਂ ਆਪ ਸਜਾਈਆਂ। ਸਿਰਫ ਇੱਕ ਮਾਣ, ਇੱਕ ਹੰਕਾਰ ਸਰੀਰ ਦਾ ਤੋੜਨਾ ਚਾਹੁੰਦੇ ਨੇ। ਬੰਦੇ ਦਾ ਧਿਆਨ ਨਾ ਰਵੇ। ਕਿਸੇ ਸਿਆਣੇ ਦਾ ਇੱਕ ਵਚਨ ਹੈ, ਉਹ ਕਹਿੰਦੇ ਨੇ ਮਕਾਨ ਇਸ ਤਰ੍ਹਾਂ ਬਣਾ ਜਿਵੇਂ ਇਹਦੇ ਵਿੱਚ 1000 ਸਾਲ ਰਹਿਣਾ ਹੈ, ਉਮਰ ਇੰਨੀ ਨਹੀਂ। ਮਕਾਨ ਇਸ ਤਰ੍ਹਾਂ ਬਣਾ ਜਿਵੇਂ ਇਹਦੇ ਵਿੱਚ 1000 ਸਾਲ ਰਹਿਣਾ ਹੈ, ਰਹਿ ਇਹਦੇ ਵਿੱਚ ਇਸ ਤਰ੍ਹਾਂ ਜਿਵੇਂ ਇੱਕੋ ਰਾਤ ਕੱਢਣੀ ਹੈ। ਵਸਤਰ ਪਾ ਸਰੀਰ ਤੇ ਸੋਹਣਾ, ਪਰ ਧਿਆਨ ਨਹੀਂ ਤੇਰਾ ਉਹਦੇ ਵਿੱਚ ਹੋਣਾ ਚਾਹੀਦਾ। ਇਹਨੇ ਵੀ ਧਿਆਨ ਸਾਰਾ ਦਿਨ ਵਸਤਰ ਵਿੱਚ ਹੀ ਰਹੇ ਤਾਂ ਇਹ ਪਹਿਲੀ ਮਾਇਆ ਹੈ, ਪਹਿਲੀ ਮਾਇਆ ਦਾ ਮਾਣ ਹੈ। ਗੁਰੂ ਸਾਹਿਬ ਕਹਿੰਦੇ ਇਕੱਲੇ ਸੰਸਾਰੀ ਨਹੀਂ, ਧਰਮੀ ਬੰਦੇ ਵੀ ਤੇ ਵਸਤਰਾਂ ਦੇ ਉੱਤੇ ਖਲੋ ਕੇ ਆ ਕੇ ਉਹਦੇ ਵਸਤਰਾਂ ਦੀ ਚਰਚਾ ਕਰਦੇ ਨੇ। ਕਿਹੜਾ ਕੱਪੜਾ ਹੈ, ਕਿਵੇਂ ਦਾ ਪਾਇਆ ਹੈ, ਪੱਗ ਕਿਵੇਂ ਦੀ ਬੱਧੀ ਹੈ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਇਹ ਕਈ ਪ੍ਰਕਾਰ ਦੀ ਮਾਇਆ ਵਿੱਚੋਂ ਇੱਕ ਵਸਤਰ ਮਾਇਆ ਹੈ। ਉਹਦੇ ਵਿੱਚ ਬੰਦਾ ਫਸਿਆ ਰਹਿੰਦਾ ਹੈ ਤੇ ਕਦੀ ਵੇਖਣਾ ਜਿਹੜੇ ਚਲੇ ਗਏ ਵਸਤਰ ਤੇ ਅਜੇ ਵੀ ਪਏ ਹੋਏ ਨੇ, ਵਸਤਰ ਤੇ 20-20 ਸਾਲ ਬਾਅਦ ਵਿੱਚ ਵੀ ਰਹਿੰਦੇ ਨੇ, ਉਹ ਕਾਇਮ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜਾ ਕੱਪੜਾ ਪਾਉਣਾ ਹੈ ਉਹਦੇ ਬਾਰੇ ਵੀ ਸਮਝ, ਉਹ ਵੀ ਤੇਰਾ ਨਹੀਂ ਹੈ, ਉਹ ਤੇਰਾ ਆਪਣਾ ਨਹੀਂ ਹੈ। ਇਸ ਕਰਕੇ ਉਹਦੇ ਨਾਲੋਂ ਧਿਆਨ ਤੋੜ, ਧਿਆਨ ਲਾ ਕਿਸੇ ਹੋਰ ਰਸਤੇ ਤੇ, ਜਿੱਥੇ ਗੁਰੂ ਨੇ ਕਿਹਾ ਇਨ ਮੈਂ ਕਛ ਤੇਰੋ ਨਹੀਂ। ਕਈ ਪ੍ਰਕਾਰ ਦੀ ਮਾਇਆ। ਇਸ ਕਰਕੇ ਸਤਿਗੁਰੂ ਕਹਿੰਦੇ ਮਾਨ ਨੂੰ ਛੱਡ, ਸਾਹਿਬ ਕਹਿੰਦੇ ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਸੁਪਨੇ ਵਰਗਾ ਸੰਸਾਰ ਹੈ। ਜਿਵੇਂ ਸੁਪਨਾ ਰਾਤ ਵੇਖਿਆ ਸੀ, ਸਵੇਰੇ ਪਤਾ ਨਹੀਂ ਲੱਗਾ ਕਿੱਧਰ ਚਲਾ ਗਿਆ। ਰਾਤ ਸੁਪਨੇ ਵਿੱਚ ਬਾਦਸ਼ਾਹਤ ਭੋਗੀ, ਤਖਤ ਤੇ ਬੈਠੇ, ਕਈ ਕੁਝ ਪ੍ਰਾਪਤ ਕੀਤਾ, ਸਵੇਰੇ ਉੱਠੇ ਕੁਝ ਵੀ ਨਹੀਂ ਹੈ। ਸਵੇਰੇ ਉੱਠੇ ਉਹਦੇ ਵਿੱਚੋਂ ਕੁਝ ਨਹੀਂ ਬਚਿਆ। ਇਸ ਤਰ੍ਹਾਂ ਦਾ ਸੰਸਾਰ। ਬਾਬਾ ਫਰੀਦ ਸਾਹਿਬ ਨੇ 2-3 ਉਦਾਹਰਨਾਂ ਦਿੱਤੀਆਂ ਨੇ ਸੰਸਾਰ ਦੀਆਂ। ਕਹਿੰਦੇ ਤੁਸੀਂ ਕਦੀ ਵੇਖਣਾ ਆਕਾਸ਼ ਵਿੱਚ ਬੱਦਲ ਚਮਕਦਾ ਹੈ, ਬੜੀ ਤੇਜ਼ ਰੋਸ਼ਨੀ, ਧਰਤੀ ਤੇ ਰੋਸ਼ਨੀ ਪਈ, ਤਾਰ ਬਣੀ, ਵਹਿੰਦਿਆਂ ਵਹਿੰਦਿਆਂ ਗਾਇਬ ਹੋ ਗਈ, ਕਿੱਥੇ ਚਲੀ ਗਈ। ਇਹ ਹੈ ਸੰਸਾਰ ਦਾ ਨਕਸ਼ਾ। ਫਿਰ ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕੱਤਕ ਦੇ ਮਹੀਨੇ ਵਿੱਚ ਕੂੰਜਾਂ ਆਉਂਦੀਆਂ ਨੇ। ਕੂੰਜਾਂ ਤੁਸੀਂ ਵੇਖੀਆਂ ਹੋਣਗੀਆਂ, ਆਉਂਦੀਆਂ ਨੇ, ਪੱਕਾ ਘਰ ਨਹੀਂ ਬਣਾਉਂਦੀਆਂ। ਇੱਧਰੋਂ ਸਾਈਬੇਰੀਆ ਦੇ ਇਲਾਕਿਆਂ ਵਿੱਚੋਂ ਜਿੱਥੇ ਬਰਫ਼ ਬਹੁਤੀ ਪੈਣ ਲੱਗ ਪੈਂਦੀ, ਕੂੰਜਾਂ ਇੱਧਰ ਆਉਂਦੀਆਂ ਨੇ। ਪਹਾੜੀ ਇਲਾਕਿਆਂ ਵਿੱਚੋਂ, ਬਰਫੀਲੇ ਇਲਾਕਿਆਂ ਵਿੱਚੋਂ। ਉਹਨਾਂ ਨੇ ਕਿਹਾ ਵੀ ਜਿਹੜੀਆਂ ਕੂੰਜਾਂ ਆਉਂਦੀਆਂ ਜ਼ਰੂਰ ਨੇ, ਬੋਲਦੀਆਂ ਵੀ ਨੇ, ਆਵਾਜ਼ ਵੀ ਆਉਂਦੀ ਹੈ, ਪਰ ਉਹ ਕੂੰਜਾਂ ਇੱਕ ਤੀਬਰ ਇੱਛਾ ਵਿੱਚ ਰਹਿੰਦੀਆਂ ਨੇ ਵੀ ਕਿੰਨੇ ਦਿਨ ਇੱਥੇ ਰਹਿਣਾ ਹੈ। ਜਿੰਨੇ ਦਿਨ ਮੌਸਮ ਉੱਧਰ ਬਰਫ਼ ਦਾ ਹੈ, ਓਨੇ ਦਿਨ ਇਸ ਥਾਂ 'ਤੇ ਰਹਿਣਾ ਹੈ, ਫਿਰ ਵਾਪਸ ਚਲੇ ਜਾਣਾ ਹੈ। ਕਹਿੰਦੇ ਸੰਸਾਰ ਵਿੱਚ ਰਹਿਣਾ ਹੀ ਤੇ ਕੂੰਜਾਂ ਤੋਂ ਸਿੱਖ ਰਹਿੰਦੀਆਂ ਉਹ ਵੀ ਨੇ, ਦਾਣੇ ਵੀ ਚੁਗਦੀਆਂ ਨੇ, ਸਭ ਕੁਝ ਚੋਗਾ ਚੁਗਦੀਆਂ ਨੇ, ਪਰ ਧਿਆਨ ਉਹਨਾਂ ਦਾ ਪਿੱਛੇ ਲੱਗਾ ਰਹਿੰਦਾ। ਧਿਆਨ ਨਹੀਂ ਟਿਕਦਾ, ਪਿੱਛੇ ਧਿਆਨ ਰਹਿੰਦਾ, ਪਿੱਛੇ ਵਾਪਸ ਚਲੇ ਜਾਣਾ। ਇਸ ਕਰਕੇ ਕੱਤਕ ਕੂੰਜਾਂ ਚੇਤ ਡੌਂ। ਚੇਤ ਦਾ ਅਰਥ ਹੈ ਚੇਤਰ ਦਾ ਮਹੀਨਾ। ਚੇਤ ਡੌਂ, ਡੌਂ ਦਾ ਅਰਥ ਹੈ ਅੱਗ। ਚੇਤਰ ਦੇ ਮਹੀਨੇ ਵਿੱਚ, ਵਿਸਾਖ ਜੇਠ ਦੇ ਮਹੀਨੇ ਵਿੱਚ ਘਾਹ ਸੁੱਕ ਜਾਂਦਾ ਹੈ, ਚੀਜ਼ਾਂ ਸੁੱਕ ਜਾਂਦੀਆਂ ਨੇ ਲੂ ਵਗਣ ਕਰਕੇ। ਗਰਮ ਹਵਾ ਦੇ ਨਾਲ ਘਾਹ ਸੁੱਕ ਗਿਆ, ਗਰਮ ਹਵਾ ਦੇ ਨਾਲ ਦੱਬ ਸੁੱਕ ਗਈ, ਤੇ ਉਹਨੂੰ ਜਦੋਂ ਘਾਹ ਨੂੰ ਅੱਗ ਲੱਗਦੀ ਹੈ ਨਾ, ਇੱਕਦਮ ਅੱਗ ਤੇਜ਼ ਭੜਕਦੀ ਹੈ ਤੇ ਨਾਲ ਹੀ ਸ਼ਾਂਤ ਹੋ ਗਈ।
ਬਾਬਾ ਫਰੀਦ ਸਾਹਿਬ ਕਹਿੰਦੇ ਨੇ ਸੰਸਾਰ ਦੇ ਵਿੱਚ ਜਿੰਨੇ ਪਦਾਰਥ ਨੇ, ਸਰੀਰ ਨੇ, ਚੇਤ ਦੀ ਲੱਗੀ ਹੋਈ ਅੱਗ ਵਾਂਗ ਸਮਝ ਲੈ, ਇੱਕਦਮ ਭਵਾਕਾ ਉੱਠਦਾ ਤੇ ਪਤਾ ਨਹੀਂ ਕਿੱਧਰ ਚਲੇਗਾ, ਮੁੜ ਕੇ ਸਮਝ ਨਹੀਂ ਆਉਂਦੀ ਕਿੱਧਰ ਚਲੇਗਾ। ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ, ਸਾਉਣ ਦੇ ਮਹੀਨੇ ਵਿੱਚ ਬਿਜਲੀ ਚਮਕਦੀ ਹੈ, ਇੱਕਦਮ ਚਮਕੀ, ਪਤਾ ਨਹੀਂ ਕਿੱਧਰ ਚਲੀ ਗਈ। ਸਰੀਰ ਦਾ ਇਹ ਹੈ ਵਿਗਿਆਨ। ਸਰੀਰ ਇੱਥੇ ਪੈਦਾ ਹੁੰਦਾ ਹੈ, ਪਤਾ ਨਹੀਂ ਲੱਗਦੇ ਗਏ ਕਿੱਧਰ ਨੇ, ਕਿੰਨੇ ਲੋਕ ਆਏ। ਸਿਆਣਿਆਂ ਦਾ ਇੱਕ ਤਜਰਬਾ ਹੈ, ਉਹ ਕਹਿੰਦੇ ਨੇ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ, ਇਹ ਧਰਤੀ ਉਪਜਾਊ ਕਿਉਂ ਹੈ। ਆਪਾਂ ਕਹਿੰਦੇ ਹਾਂ ਨਾ ਕਿ ਜ਼ਮੀਨ ਦੀ ਉੱਪਰ ਵਾਲੀ 1 ਫੁੱਟ ਸਤ੍ਹਾ ਜਿਹੜੀ ਹੈ, 1 ਫੁੱਟ ਮਿੱਟੀ ਬੜੀ ਉਪਜਾਊ ਹੈ। ਜੇ ਉਹਨੂੰ ਉੱਤੋਂ ਪਾਸੇ ਕਰ ਦਿਓ ਤੇ ਥੱਲੇ ਵਾਲੀ ਮਿੱਟੀ ਵਿੱਚ ਫਸਲ ਨਹੀਂ ਵਧੀਆ ਹੁੰਦੀ। ਕੀ ਕਾਰਨ? ਖੋਜ ਬੜੀ ਅਜੀਬ ਹੈ। ਉਹ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਜ਼ਮੀਨ ਦੀ ਉੱਪਰ ਵਾਲੀ 1 ਫੁੱਟ ਜਿਹੜੀ ਪਰਤ ਹੈ, ਉਹ ਬੰਦਿਆਂ ਦੇ ਸਰੀਰਾਂ ਦੀ ਬਣੀ ਹੋਈ ਹੈ, ਸਰੀਰਾਂ ਦੀ ਮਿੱਟੀ ਹੈ। ਕਿਉਂਕਿ ਕਦੇ ਹਿਸਾਬ ਲਾ ਕੇ ਵੇਖੋ, ਲੱਖਾਂ ਸਾਲਾਂ ਤੋਂ ਅਰਬਾਂ ਹੀ ਬੰਦੇ ਇਸ ਧਰਤੀ 'ਤੇ ਪੈਦਾ ਹੋਏ ਨੇ, ਸਾਡੇ ਵਾਂਗ ਅਰਬਾਂ ਦੀ ਗਿਣਤੀ ਵਿੱਚ ਸਰੀਰ ਇੱਥੇ ਬਣੇ ਨੇ, ਤੇ ਜਿੰਨੇ ਬਣੇ ਨੇ ਉਹ ਸਾਰੇ ਮੌਤ ਦੇ ਸ਼ਿਕਾਰ ਬਣੇ ਨੇ। ਉਹਨਾਂ ਦੀਆਂ ਦੇਹਾਂ ਦੀ ਮਿੱਟੀ ਥੋੜ੍ਹੀ ਥੋੜ੍ਹੀ ਵੀ ਗਿਣੋ ਤੇ ਕਿੰਨੇ ਹਜ਼ਾਰ ਟਨ ਹੋ ਜਾਏਗੀ। ਇਸ ਕਰਕੇ ਸਾਰੀ ਜ਼ਮੀਨ ਦੀ ਉੱਪਰ ਵਾਲੀ ਸਤ੍ਹਾ ਜਿਹੜੀ ਹੈ ਉਪਜਾਊ ਕਿਉਂ? ਉਹਦਾ ਕਾਰਨ ਹੈ ਕਿ ਉਹਦੇ ਵਿੱਚ ਬੰਦੇ ਦੇ ਸਰੀਰ ਦੀਆਂ ਹੱਡੀਆਂ ਨੇ, ਬੰਦੇ ਦੇ ਸਰੀਰ ਦੀਆਂ ਅਸਥੀਆਂ ਨੇ, ਉਹਦੇ ਮਾਸ ਦੀ ਮਿੱਟੀ ਹੈ, ਉਪਜਾਊ ਹੈ। ਇਸ ਕਰਕੇ ਇਸ ਸਰੀਰ ਨੂੰ ਸਦੀਵੀ ਨਾ ਸਮਝ। ਬਾਬਾ ਫਰੀਦ ਸਾਹਿਬ ਤਾਂ ਹੀ ਬਚਨ ਕਹਿੰਦੇ, ਕਹਿਣ ਲੱਗੇ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੋਏ ਬਹਿਠ। ਇਸ ਸਰੀਰ ਨੂੰ ਚੰਗੀ ਤਰ੍ਹਾਂ ਸਮਝ। ਜਿੰਨਾ ਚਿਰ ਤੂੰ ਸਰੀਰ ਦੇ ਗਿਆਨ ਨੂੰ ਨਹੀਂ ਜਾਣਦਾ, ਇਹਨੂੰ ਚੰਗੀ ਤਰ੍ਹਾਂ ਸਮਝ ਲੈ। ਬਾਬਾ ਫਰੀਦ ਸਾਹਿਬ ਨੇ ਹੋਰ ਉਦਾਹਰਨਾਂ ਦਿੱਤੀਆਂ। ਭਗਤ ਜੀ ਦੇ ਬੜੇ ਪਿਆਰੇ ਬਚਨ ਸ਼ਲੋਕਾਂ ਵਿੱਚ ਵਿਦਮਾਨ ਹਨ। ਉਹ ਕਹਿੰਦੇ ਜਿਸ ਆਸਨ ਹਮ ਬੈਠੇ, ਕੇਤੇ ਬੈਸ ਗਿਆ, ਕਿ ਇਸ ਮੰਜੇ 'ਤੇ ਜਿਹੜੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਅਸੀਂ ਬੈਠੇ ਹਾਂ, ਵੇਖੋ ਸਾਡੇ ਤੋਂ ਪਹਿਲਾਂ ਕਿੰਨੇ ਲੋਕ ਬੈਠੇ ਨੇ। ਸਾਡੇ ਪਿਤਾ ਦਾਦਾ ਬੈਠ ਗਿਆ, ਪੜਦਾਦਾ ਬੈਠ ਗਿਆ, ਉਹਨਾਂ ਦਾ ਪਿਤਾ ਬੈਠ ਗਿਆ, ਉਹਨਾਂ ਦਾ ਪਿਤਾ ਬੈਠ ਗਿਆ, ਕਿੰਨੇ ਲੋਕ ਬੈਠ ਗਏ। ਇਹ ਦ੍ਰਿੜ ਕਿਉਂ ਕਰਾਇਆ ਹੈ? ਬੰਦੇ ਨੂੰ ਪਤਾ ਲੱਗੇ ਮੈਂ ਸਫ਼ਰ ਵਿੱਚ ਹਾਂ, ਇੱਥੇ ਤੇਰਾ ਕੁਝ ਨਹੀਂ। ਫਿਰ ਉਹ ਸੱਚ ਦੀ ਖੋਜ ਕਰੇਗਾ, ਫਿਰ ਉਹ ਰੱਬ ਦੇ ਪਿਆਰ ਵਿੱਚ ਜੀਵੇਗਾ। ਜਿੰਨਾ ਚਿਰ ਇਸ ਦਲ ਦੇ ਵਿੱਚ ਸਨੇਹ ਰੱਖਦਾ ਹੈ, ਪਿਆਰ ਰੱਖਦਾ ਹੈ, ਉਹਨਾਂ ਚਿਰ ਪਰਮਾਤਮਾ ਦੀ ਖੋਜ ਨਹੀਂ ਕਰੇਗਾ। ਔਰ ਜਿੰਨਾ ਚਿਰ ਪਰਮਾਤਮਾ ਦੀ ਖੋਜ ਵੱਲ ਨਹੀਂ ਜਾਂਦਾ, ਉਹਨਾਂ ਸਮਾਂ ਇਹਨੂੰ ਸੁੱਖ ਦੀ ਪ੍ਰਾਪਤੀ ਨਹੀਂ, ਦੁੱਖ ਇਹਦੀ ਜ਼ਿੰਦਗੀ ਨੂੰ ਘੇਰ ਕੇ ਰੱਖਣਗੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਪਨੇ ਵਾਂਗ ਸਮਝ ਇਸ ਸੰਸਾਰ ਨੂੰ। ਜਿਵੇਂ ਸੁਪਨਾ ਆ ਰਿਹਾ, ਕੁਝ ਲੋਕ ਨੇ ਜਿਹੜੇ ਸੁਪਨੇ ਵਿੱਚੋਂ ਜਾਗ ਪੈਂਦੇ ਨੇ, ਜਿਨ੍ਹਾਂ ਨੂੰ ਜਾਗ ਆ ਗਈ, ਜਿਹੜੇ ਸੁਪਨਿਆਂ ਵਿੱਚੋਂ ਜਾਗੇ, ਫਿਰ ਉਹਨਾਂ ਵਾਸਤੇ ਸੰਸਾਰ ਦੀ ਤਸਵੀਰ ਹੀ ਬਦਲ ਗਈ, ਸੰਸਾਰ ਦਾ ਨਕਸ਼ਾ ਤਬਦੀਲ ਹੋ ਗਿਆ, ਸੁਪਨੇ ਤੋਂ ਪਾਰ ਹੋ ਗਏ। ਗੁਰੂ ਨੇ ਜਿਨ੍ਹਾਂ ਨੂੰ ਜਗਾ ਦਿੱਤਾ ਸ਼ਬਦ ਦੁਆਰਾ, ਇੱਥੋਂ ਜਾਗ ਆ ਗਈ, ਸੰਸਾਰ ਬਦਲ ਗਿਆ, ਸੰਸਾਰ ਸੁਪਨਾ ਦਿਸਣ ਲੱਗ ਪਿਆ ਤੇ ਅਗਲੀ ਦੁਨੀਆ ਦੀ ਖੋਜ ਕਰਨ ਲੱਗ ਪਏ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਨ। ਹੇ ਮਨੁੱਖ, ਝੂਠਾ ਮਾਨ ਨਾ ਕਰ, ਇਸ ਜਗਤ ਨੂੰ ਸੁਪਨੇ ਵਾਂਗ ਸਮਝ। ਇਹ ਸੁਪਨਾ ਤੂੰ ਦੇਖ ਰਿਹਾ ਹੈ, ਇੱਕ ਦਿਨ ਸੁਪਨਾ ਟੁੱਟੇਗਾ, ਉਸੇ ਨੂੰ ਕਹਿੰਦੇ ਮੌਤ, ਸਭ ਕੁਝ ਅਲੋਪ ਹੋ ਜਾਏਗਾ। ਸਾਹਿਬ ਕਹਿੰਦੇ ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਇਹ ਜੋ ਕੁਝ ਵੀ ਇਸ ਧਰਤੀ 'ਤੇ ਹੈ, ਇਹਨਾਂ ਵਿੱਚੋਂ ਤੇਰਾ ਕੁਝ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਬਖਿਆਨ ਕਰ ਰਹੇ ਨੇ, ਸੱਚ ਕਹਿ ਰਹੇ ਨੇ। ਅਗਲੇ ਸ਼ਲੋਕ ਵਿੱਚ ਫਿਰ ਬਚਨ ਕੀਤਾ, ਗਰਭ ਕਰਤ ਹੈ ਦੇਹ ਕੋ। ਹੁਣ ਦੂਸਰਾ ਗਰਭ, ਦੂਸਰਾ ਮਾਨ, ਦੇਹ ਦਾ ਗਰਭ, ਇਹਦੇ ਉੱਤੇ ਥੋੜ੍ਹਾ ਜਿਹਾ ਆਪਾਂ ਯਤਨ ਕਰੀਏ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਦੇਹ ਅਧਿਆਸ ਦੇ ਉੱਤੇ ਬਹੁਤ ਸਾਰੇ ਸ਼ਬਦ ਨੇ। ਪਹਿਲੇ ਸ਼ਲੋਕ ਵਿੱਚ ਤੇ ਦੇਹ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਸਨ ਉਸ ਦਾ ਜ਼ਿਕਰ ਕਰ ਰਹੇ ਨੇ। ਉਹਨਾਂ ਵਿੱਚੋਂ ਤੇਰਾ ਕੁਝ ਨਹੀਂ, ਜਿਹੜੀਆਂ ਚੀਜ਼ਾਂ ਦੇਹ ਦੇ ਨਾਲ ਜੁੜੀਆਂ ਸਨ। ਹੁਣ ਦੇਹ ਦੀ ਗੱਲ ਕਰ ਰਹੇ ਨੇ, ਸਰੀਰ ਵੀ ਤੇਰਾ ਨਹੀਂ ਹੈ। ਹੁਣ ਜਦੋਂ ਇਹ ਇੱਕ ਇੱਕ ਚੀਜ਼ ਕਰਕੇ ਘਟ ਜਾਏਗੀ ਨਾ, ਦੇਹ ਦਾ ਵੀ ਮਾਣ ਟੁੱਟ ਜਾਏਗਾ ਤੇ ਅੰਦਰ ਇੱਕ ਐਸੀ ਦਸ਼ਾ ਬਚੇਗੀ ਜਿਹੜੀ ਆਨੰਦ ਨਾਲ ਭਰੀ ਹੋਈ ਹੈ। ਦੇਹ ਦਾ ਮਾਣ ਵੀ ਟੁੱਟ ਗਿਆ, ਪਦਾਰਥ ਦਾ ਮਾਣ ਵੀ ਟੁੱਟ ਗਿਆ, ਅੰਦਰ ਰਹਿ ਗਿਆ ਸਿਰਫ ਇੱਕ ਉਹਦੀ ਜੋਤ ਬਚ ਗਈ। ਨਾ ਉੱਥੇ ਕਾਮ ਨਾ ਕ੍ਰੋਧ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਰੀਰ ਨਾਲ ਜੁੜੀਆਂ ਹੋਈਆਂ ਨੇ, ਦੇਹ ਨਾਲ ਜੁੜੀਆਂ ਹੋਈਆਂ ਨੇ। ਇਹ ਜਦੋਂ ਹਟ ਗਈਆਂ ਸਾਰੀਆਂ, ਉੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਇਹ ਸਾਰੀਆਂ ਚੀਜ਼ਾਂ ਦੇਹ ਨਾਲ ਜੁੜੀਆਂ, ਜਿਨ੍ਹਾਂ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਦੁੱਖ ਵੀ ਦੇਹ ਨਾਲ ਜੁੜਿਆ ਹੋਇਆ, ਸਰੀਰ ਨਾਲ। ਵਿਛੋੜਾ ਵੀ ਸਰੀਰ ਨਾਲ ਜੁੜਿਆ ਹੋਇਆ ਹੈ। ਅਮੀਰੀ ਗਰੀਬੀ ਵੀ ਸਰੀਰ ਨਾਲ ਜੁੜੀ ਹੋਈ ਹੈ। ਮਾਣ ਅਪਮਾਨ ਵੀ ਦੇਹ ਨਾਲ ਜੁੜਿਆ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਦੇਹ ਅਧਿਆਸ ਤੋਂ ਉੱਠਣ ਨਾਲ ਖਤਮ ਹੋ ਜਾਂਦੀਆਂ ਨੇ। ਸਤਿਗੁਰੂ ਨੇ ਬਾਣੀ ਵਿੱਚ ਦੇਹ ਬਾਰੇ ਬਚਨ ਕੀਤੇ। ਸਰੀਰ ਦੇ ਵਿਗਿਆਨ ਨੂੰ ਸਮਝੇ ਕੀ ਹੈ। ਬਾਬਾ ਕਬੀਰ ਸਾਹਿਬ ਬੜੇ ਪਿਆਰੇ ਬਚਨ ਕਹਿੰਦੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ। ਕਹਿੰਦੇ ਤੇਰੀ ਦੇਹ ਇਸ ਤਰ੍ਹਾਂ ਹੈ ਜਿਵੇਂ ਕੋਈ ਮਿੱਟੀ ਦੀ ਪੁੜੀ ਬੰਨੀ ਹੋਵੇ, ਬਸ ਪੁੜੀ ਖੋਲੀ ਤੇ ਮਿੱਟੀ ਖਿਲਰ ਗਈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇ। 4 ਦਿਨਾਂ ਦੀ ਗੱਲ ਹੈ। ਇਸ ਮਿੱਟੀ ਨੂੰ ਰੱਬ ਨੇ ਅੱਖਾਂ ਲਾ ਦਿੱਤੀਆਂ, ਵਿੱਚ ਜੋਤ ਪਾ ਦਿੱਤੀ। ਇਸ ਮਿੱਟੀ ਨੂੰ ਕੰਨ ਲਾ ਦਿੱਤੇ ਰੱਬ ਨੇ, ਇਹ ਮਿੱਟੀ ਸੁਣਨ ਲੱਗ ਪਈ। ਇਸ ਮਿੱਟੀ ਨੂੰ ਰੱਬ ਨੇ ਰਸਨਾ ਲਾ ਦਿੱਤੀ, ਮਿੱਟੀ ਬੋਲਣ ਲੱਗ ਪਈ। ਅਸਲ ਵਿੱਚ ਮਿੱਟੀ ਨਹੀਂ ਬੋਲਦੀ, ਇਹਦੇ ਵਿੱਚ ਜਿੰਦ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਜੀਓ ਜਾਂ ਜੋਤ, ਉਹ ਹੈ ਸਦਾ ਜਿਉਂਦੀ। ਇਹ ਤੇ ਸਿਰਫ ਸਾਧਨ ਹੈ। ਗੁਰਬਾਣੀ ਵਿੱਚ ਇਸ ਦੇਹ ਨੂੰ ਘੋੜੀ ਕਿਹਾ ਹੈ। ਦੇਹ ਤੇਜਣ ਜੀ ਰਾਮ ਉਪਾਇਆ ਰਾਮ। ਤੇਜਣ ਦਾ ਅਰਥ ਹੈ ਘੋੜੀ। ਦੇਹ ਤਾਂ ਘੋੜੀ ਸੀ, ਸਫ਼ਰ ਕਰਨ ਵਾਸਤੇ ਸੀ ਸੰਸਾਰ ਦਾ। ਜਿੰਨੇ ਸਵਾਸ, ਜਿੰਨੇ ਸਫ਼ਰ ਅਸੀਂ ਕਰਨੇ ਸਨ, ਉਹ ਦੇਹ ਦੁਆਰਾ ਹੋ ਸਕਦੇ ਸਨ। ਜਿੰਨੇ ਲੋਕਾਂ ਨਾਲ ਅਸੀਂ ਇੱਥੇ ਸੰਸਾਰ ਵਿੱਚ ਵਿਚਰਨਾ ਸੀ, ਉਹ ਦੇਹ ਦੁਆਰਾ ਹੀ ਹੋ ਸਕਦੇ ਸਨ। ਦੇਹ ਦਿੱਤੀ ਸੀ ਸੰਸਾਰ ਦੇ ਸੰਪਰਕ ਵਾਸਤੇ, ਸੰਬੰਧ ਜੋੜਨ ਵਾਸਤੇ। ਪਰ ਅਸੀਂ ਦੇਹ ਨੂੰ ਆਪਣਾ ਆਪ ਸਮਝ ਲਿਆ, ਦੀ ਵਰਤੋਂ ਗਲਤ ਕਰਨੀ ਸ਼ੁਰੂ ਕਰ ਦਿੱਤੀ। ਸਭ ਤੋਂ ਬੰਦਾ ਦੁਰਵਰਤੋਂ ਜ਼ਿਆਦਾ ਕਰਦਾ ਆਪਣੀ ਦੇਹ ਦੀ। ਤਾਂ ਇਹਦੀ ਜਦੋਂ ਦੁਰਵਰਤੋਂ ਕੀਤੀ, ਫਿਰ ਇਹ ਦੇਹ ਬੇਕਾਰ, ਯਾਨੀ ਕਿ ਕੰਮ ਦੀ ਨਾ ਰਹੀ। ਇਸ ਕਰਕੇ ਕਹਿੰਦੇ ਦੇਹ ਨੂੰ ਪਹਿਲਾਂ ਸਰੀਰ ਨੂੰ ਸਮਝ ਕੀ ਹੈ। ਇਹ ਮਿੱਟੀ ਦੀ ਪੁੜੀ ਹੈ। ਮਿੱਟੀ ਦੀ ਪੁੜੀ ਪਰਮਾਤਮਾ ਨੇ 5 ਤੱਤਾਂ ਵਿੱਚ ਬੰਨ੍ਹ ਦਿੱਤੀ। ਪਾਣੀ ਵਿੱਚ, ਅਗਨੀ ਵਿੱਚ, ਇਹ ਹਵਾ ਦੇ ਨਾਲ, ਆਕਾਸ਼ ਤੱਤ ਦੇ ਨਾਲ, ਪ੍ਰਾਣਾਂ ਦੇ ਨਾਲ ਇਹਨੂੰ ਬੰਨ੍ਹ ਦਿੱਤਾ। ਪਵਨ ਦਾ ਇਸ ਨੂੰ ਸਹਾਰਾ ਦੇ ਦਿੱਤਾ, ਉਹਦੇ ਨਾਲ ਮਿੱਟੀ ਖੜੀ ਹੈ। ਇਸ ਲਈ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ, ਕਬੀਰਾ ਧੂਰ ਸਕੇਲ ਕੈ। ਸਕੇਲ ਦਾ ਅਰਥ ਇਕੱਠਾ ਕਰਨਾ। ਪੁਰੀਆ ਬਾਂਧੀ ਦੇਹ ਦਿਵਸ ਚਾਰ ਕੋ ਪੇਖਣਾ। 4 ਦਿਨਾਂ ਦੀ ਗੱਲ ਹੈ। ਕਹਿੰਦੇ ਅੰਤ ਖੇਹ ਕੀ ਖੇ। ਫਿਰ ਹੋਰ ਬਚਨ ਕੀਤਾ, ਕਹਿੰਦੇ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ। ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਕਹਿੰਦੇ ਇਸ ਦੇਹ ਦਾ ਮਾਣ ਕਿਉਂ ਕਰਨਾ ਹੈ? ਇਹ ਹੋਰ ਕੁਝ ਵੀ ਨਹੀਂ, 4 ਕੁ ਹੱਡੀਆਂ ਖੜੀਆਂ ਕਰਕੇ ਇਹਦੇ ਦੁਆਲੇ ਚੰਮ ਲਪੇਟ ਦਿੱਤਾ ਰੱਬ ਨੇ। ਚੰਮ ਲਪੇਟਿਆ ਹੋਇਆ ਦੇਹ ਵਿੱਚ, ਇਹਦੇ ਮਾਸ ਮੱਝਾ ਹੈ, ਕੁਝ ਵੀ ਨਹੀਂ ਹੈ। ਇਸ ਦੇਹ ਦੇ ਨਾਲ ਤੂੰ ਨਾਮ ਦੁਆਰਾ ਪਰਮਾਤਮਾ ਨਾਲ ਸੁਰਤ ਜੋੜੀ। ਫਿਰ ਗੁਰੂ ਸਾਹਿਬ ਨੇ ਇਹ ਵੀ ਕਿਹਾ, ਹਰਮੰਦਰ ਇਹ ਸਰੀਰ ਹੈ। ਇਹ ਸਰੀਰ ਫਿਰ ਹਰਮੰਦਰ ਬਣ ਗਿਆ।
ਪਰ ਇਹ ਹਰਿਮੰਦਰ ਤਾਂ ਹੀ ਬਣੇਗਾ ਨਾ, ਇਹਦੇ ਵਿੱਚ ਖੁਰਾਕ ਹਰਿਮੰਦਰ ਸਾਹਿਬ ਵਾਲੀ ਜਾਏਗੀ। ਸਿੱਖ ਨੇ ਉਸ ਹਰਿਮੰਦਰ ਸਾਹਿਬ ਵਿੱਚ ਜਾ ਕੇ ਇਸ ਹਰਿਮੰਦਰ ਵਿੱਚ ਆਉਣਾ, ਸਰੀਰ ਉਹਦੇ ਵੱਲੋਂ ਵੇਖ ਕੇ ਇਹਨੂੰ ਹਰਿਮੰਦਰ ਬਣਾਉਣਾ। ਤੁਸੀਂ ਸੁਣਿਆ ਹੋਵੇਗਾ ਨਾ ਵੀ ਉਸ ਹਰਿਮੰਦਰ ਸਾਹਿਬ ਦੇ ਵਿੱਚ ਇੱਕ, ਜਿਸ ਨੂੰ ਅਸੀਂ ਕਹਿੰਦੇ ਹਾਂ ਬੜਾ ਮਨਮੁਖ ਸੀ, ਮੱਸਾ ਰੰਗੜ, ਉਹਨੇ ਕੀ ਕੀਤਾ, ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਪਲੰਘ ਡਾਹ ਕੇ ਸ਼ਰਾਬ ਪੀਣ ਲੱਗ ਪਿਆ, ਵੇਸਵਾ ਦਾ ਨਾਚ ਕਰਾਇਆ। ਬੜੇ ਦੁੱਖ ਦੀ ਗੱਲ ਹੈ, ਬੜਾ ਉਹਨੇ ਗਲਤ ਕੀਤਾ। ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਸ਼ਰਾਬ ਪੀਤੀ, ਹੁੱਕਾ ਪੀਤਾ, ਤੰਬਾਕੂ ਦੀ ਵਰਤੋਂ ਕੀਤੀ, ਮਾਸ ਖਾਧਾ, ਉੱਥੇ ਵੇਸਵਾ ਦਾ ਨਾਚ ਕਰਾਇਆ। ਇਹ ਬੜਾ ਪਾਪ ਕੀਤਾ। ਇਸ ਪਾਪ ਦੀ ਸਜ਼ਾ ਦੇ ਦਿੱਤੀ ਗਈ ਉਸ ਨੂੰ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਹੋਰਾਂ ਨੂੰ। ਕਿਉਂ? ਉਹ ਗਲਤੀ ਕਰ ਰਿਹਾ ਸੀ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਰ ਇੱਕ ਬੰਦੇ ਨੂੰ ਪੁੱਛਦੇ ਨੇ, ਤੂੰ ਦੱਸ, ਇਸ ਹਰਿਮੰਦਰ ਵਿੱਚ ਤੇ ਇੱਕ ਮੱਸੇ ਨੇ ਸ਼ਰਾਬ ਪੀਤੀ, ਉਹਦਾ ਸਿਰ ਵੱਢ ਦਿੱਤਾ, ਵੱਢਣਾ ਚਾਹੀਦਾ ਸੀ। ਆ ਜਿਹੜਾ ਤੇਰਾ ਸਰੀਰ ਹੈ ਵੀ ਤੇ ਹਰਿਮੰਦਰ ਹੀ ਹੈ, ਹਰਿਮੰਦਰ ਇਹ ਸਰੀਰ ਹੈ। ਤੂੰ ਹਰ ਰੋਜ਼ ਅੱਧੀ ਬੋਤਲ ਇਹਦੇ ਵਿੱਚ ਪਾਣਾ, ਦੱਸ ਤੇਰਾ ਸਿਰ ਕਦੋਂ ਵੱਢਿਆ ਜਾਏਗਾ? ਗੱਲ ਤੇ ਇੱਕੋ ਹੀ ਹੈ ਨਾ, ਹਰਿਮੰਦਰ ਤੇ ਉਹ ਹੀ ਹੈ, ਇਹ ਵੀ ਤਾਂ ਹਰਿਮੰਦਰ ਹੈ। ਇਹਦੇ ਵਿੱਚ ਰੋਜ਼ ਹਰ ਇੱਕ ਬੰਦਾ, ਤੇ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਉੱਚੇ ਲੋਕ ਵੀ ਇਹਦੇ ਵਿੱਚ ਸ਼ਰਾਬ ਵੀ ਪਾਈ ਜਾ ਰਹੇ ਨੇ। ਫਿਰ ਉਹਨੇ ਵੇਸਵਾ ਦਾ ਨਾਚ ਕਰਾਇਆ ਸੀ, ਤੇ ਕੰਨਾਂ ਦੇ ਰਾਹੀਂ, ਅੱਖਾਂ ਦੇ ਰਾਹੀਂ ਵੇਸਵਾਵਾਂ ਦੇ ਨਾਚ ਵੀ ਅੰਦਰ ਜਾ ਰਹੇ ਨੇ ਇਸ ਹਰਿਮੰਦਰ ਸਾਹਿਬ ਦੇ ਵਿੱਚ। ਲੱਖਾਂ ਲੋਕ ਲੈ ਕੇ ਜਾ ਰਹੇ ਨੇ, ਲੱਖਾਂ ਲੋਕ ਹਰਿਮੰਦਰ ਸਾਹਿਬ ਨੂੰ ਮੰਨਣ ਵਾਲੇ ਵੀ ਸ਼ਰਾਬ ਦੀ ਵਰਤੋਂ ਕਰ ਰਹੇ ਨੇ। ਬਾਹਰੋਂ ਇੱਕ ਬੰਦੇ ਨੇ ਗਲਤੀ ਕੀਤੀ, ਉਹਨੂੰ ਤੇ ਹਟਾ ਦਿੱਤਾ, ਇਸ ਧਰਤੀ ਤੋਂ ਖਤਮ ਕਰ ਦਿੱਤਾ, ਸਜ਼ਾ ਦੇ ਦਿੱਤੀ। ਚੰਗੀ ਗੱਲ ਦੇਣੀ ਚਾਹੀਦੀ, ਪਰ ਇਹ ਖਿਆਲ ਕਰੀਏ ਜਿਹੜਾ ਅਪਰਾਧ ਮੱਸੇ ਰੰਗੜ ਨੇ ਕੀਤਾ ਸੀ, ਹਰਿਮੰਦਰ ਵਿੱਚ ਸ਼ਰਾਬ ਪੀਤੀ ਸੀ, ਉਸੇ ਤਰ੍ਹਾਂ ਦਾ ਹਰਿਮੰਦਰ ਇਹ ਸਰੀਰ ਹੈ, ਇਹਦੇ ਵਿੱਚ ਅਸੀਂ ਹਰ ਰੋਜ਼ ਸ਼ਰਾਬ ਪਾਈ ਜਾਂਦੇ ਹਾਂ, ਇਹਦੇ ਵਿੱਚ ਰੋਜ਼ ਤੰਬਾਕੂ ਜਾਂਦਾ ਹੈ। ਇਹ ਉਸੇ ਤਰ੍ਹਾਂ ਦੀ ਬੇਅਦਬੀ ਹੈ। ਕੰਨਾਂ ਦੇ ਰਾਹੀਂ ਇਸ ਹਰਿਮੰਦਰ ਵਿੱਚ ਅਸੀਂ ਕਿੰਨਾ ਕੁਝ ਪਾ ਰਹੇ ਹਾਂ, ਅੱਖਾਂ ਦੇ ਰਾਹੀਂ ਕਿੰਨਾ ਕੁਝ ਪਾ ਰਹੇ ਹਾਂ, ਮੂੰਹ ਦੇ ਰਾਹੀਂ ਕਿੰਨੀਆਂ ਗਲਤ ਚੀਜ਼ਾਂ ਇਹਦੇ ਵਿੱਚ ਪਾਈ ਜਾ ਰਹੇ ਹਾਂ, ਮੁਰਦੇ ਖਾਈ ਜਾ ਰਹੇ ਹਾਂ, ਕਬਰਿਸਤਾਨ ਬਣਾ ਦਿੱਤਾ ਹੈ ਸਰੀਰ ਨੂੰ। ਇਸ ਤਰ੍ਹਾਂ ਹਰਿਮੰਦਰ, ਸਰੀਰ ਹਰਿਮੰਦਰ ਵੀ ਬਣ ਸਕਦਾ ਹੈ, ਪਰ ਜਿਨ੍ਹਾਂ ਨੇ ਸਿਰਫ ਇਹਨੂੰ ਖਾਣ ਪਾਣ ਵਾਸਤੇ ਵਰਤਿਆ, ਉਹਨਾਂ ਵਾਸਤੇ ਕਬੀਰ ਸਾਹਿਬ ਕਹਿੰਦੇ ਇਹ ਤਨ ਕੀ ਹੈ, ਇਹ ਹਰਿਮੰਦਰ ਨਹੀਂ, ਫਿਰ ਕਬਰਿਸਤਾਨ ਬਣ ਗਿਆ ਹੈ। ਇਹ ਕੀ ਬਣਿਆ? ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉ ਕਾਚੁਰੀ ਭੁਯੰਗ। ਕਹਿੰਦੇ ਆਪਣੀ ਦੇਹ ਦੀ ਸੁੰਦਰਤਾ ਨੂੰ ਵੇਖ ਕੇ ਹੰਕਾਰ ਨਾ ਕਰ। ਅੱਜ ਜਾਂ ਕੱਲ ਜਾਂ ਕਿਸੇ ਦਿਨ, ਜਿੰਨਾ ਚਿਰ ਤੈਨੂੰ ਵਕਤ ਮਿਲਿਆ, ਇਸ ਦੇਹ ਨੂੰ ਤੂੰ ਛੱਡ ਜਾਏਗਾ, ਇਹ ਤੇਰੇ ਕੰਮ ਦੀ ਨਹੀਂ ਰਹੇਗੀ, ਬੇਕਾਰ ਹੋ ਜਾਏਗੀ। ਤੂੰ ਇਹਨੂੰ ਇਸ ਤਰ੍ਹਾਂ ਤਿਆਗ ਜਾਏਗਾ ਜਿਵੇਂ ਜਿਉਂ ਕਾਂਚੁਰੀ ਭੁਯੰਗ, ਭੁਯੰਗ ਦੇ ਅਰਥ ਨੇ ਸੱਪ, ਕਾਂਚਰੀ ਦੇ ਅਰਥ ਨੇ ਕੁੰਜ। ਜਿਵੇਂ ਸੱਪ ਆਪਣੀ ਕੁੰਜ ਲਾ ਕੇ ਵਿੱਚੋਂ ਨਿਕਲ ਜਾਂਦਾ ਹੈ, ਆਦਮੀ ਇਸ ਤਰ੍ਹਾਂ ਨਿਕਲੇਗਾ। ਮੌਤ ਦਾ ਵੇਖੋ ਕਿੱਡਾ ਨਕਸ਼ਾ ਕਬੀਰ ਸਾਹਿਬ ਨੇ ਸਾਹਮਣੇ ਕਰ ਦਿੱਤਾ ਹੈ। ਸਰੀਰ ਕਿਵੇਂ ਤਿਆਗਦਾ ਮਨੁੱਖ? ਜਿਵੇਂ ਸੱਪ ਕੁੰਜ ਨੂੰ ਲਾ ਦਿੰਦਾ, ਤੇ ਕੁੰਜ ਨੂੰ ਲਾ ਕੇ ਜਦੋਂ ਕੁੰਜ ਲੈ ਜਾਂਦੀ ਤੇ ਵਿੱਚੋਂ ਨਿਕਲ ਕੇ ਬੈਠ ਕੇ ਆਪਣੀ ਕੁੰਜ ਨੂੰ ਦੇਖਦਾ ਵੀ ਇਹ ਕੀ ਪਿਆ ਹੈ, ਕਿੱਥੋਂ ਆਇਆ, ਹੈਰਾਨ ਹੋ ਜਾਂਦਾ ਹੈ। ਇਹੀ ਹੈ ਮੌਤ, ਇਹੀ ਹੈ ਮੌਤ ਦਾ ਐਕਸ਼ਨ। ਜਦੋਂ ਮੌਤ ਹੁੰਦੀ ਹੈ ਤੇ ਆਦਮੀ ਦਾ ਪਹਿਲਾ ਤਜਰਬਾ ਹੁੰਦਾ ਹੈ ਸਭ ਤੋਂ, ਇਸ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ, ਇਸ ਤੋਂ ਪਹਿਲਾਂ ਨਹੀਂ ਹੋਇਆ। ਹਾਂ, ਇੱਕ ਤਰੀਕਾ ਹੈ ਧਰਮ ਦੀ ਦੁਨੀਆ ਵਿੱਚ, ਉਹ ਕੁਝ ਲੋਕ ਤਾਂ ਅਭਿਆਸ ਦੁਆਰਾ ਕਰਦੇ ਨੇ, ਉਹ ਪੁੱਠਾ ਕੰਮ ਕਰਦੇ ਨੇ ਵੀ ਦੇਹ ਤੋਂ ਵੱਖਰੇ ਕਿਵੇਂ ਹੋਣਾ ਹੈ, ਕੁਦਰਤ ਇਹਨੂੰ ਮਨਜ਼ੂਰ ਨਹੀਂ ਕਰਦੀ। ਜਾਂ ਜਿਉਂ-ਜਿਉਂ ਬੰਦਾ ਨਾਮ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ ਹੈ ਤੇ ਉਹਦਾ ਧਿਆਨ ਉੱਚਾ ਹੋ ਜਾਂਦਾ ਹੈ, ਤਾਂ ਇੱਕ ਦਿਨ ਐਸਾ ਆ ਜਾਂਦਾ ਕਿ ਉਹਦੇ ਜੀਵਨ ਦੇ ਦੋ ਹਿੱਸੇ ਹੋ ਜਾਂਦੇ ਨੇ। ਇੱਕ ਹਿੱਸਾ ਦੇਹ,
ਦੂਸਰਾ ਹਿੱਸਾ ਆਤਮਾ ਅਲੱਗ ਕਰ ਸਕਦਾ ਹੈ। ਉਹਨੂੰ ਪਤਾ ਲੱਗ ਜਾਂਦਾ ਦੇਹ ਦੇ ਵਿੱਚੋਂ ਪ੍ਰਾਣ ਕਿਸ ਰਾਹੀਂ ਬਾਹਰ ਜਾਂਦੇ ਨੇ, ਆਪਣੀ ਮਨਮਰਜ਼ੀ ਨਾਲ ਨਿਕਲ ਸਕਦਾ। ਇਹ ਕਾਰਜ ਹੀ ਬਾਬਾ ਰਾਮ ਰਾਏ ਨੇ ਕੀਤਾ ਸੀ। ਗੁਰੂ ਹਰਿਰਾਏ ਸਾਹਿਬ ਨਾਰਾਜ਼ ਹੋ ਗਏ, ਕਹਿੰਦੇ ਕਿਉਂ ਕੀਤਾ ਹੈ, ਤੈਨੂੰ ਕਿਸ ਨੇ ਕਿਹਾ ਸੀ? ਠੀਕ ਹੈ, ਦੇਹ ਵਿੱਚੋਂ ਉਹ ਤਾਂ ਸਹਿਜ ਸੁਭਾਅ ਹੈ, ਕੋਈ ਵੱਡੀ ਗੱਲ ਨਹੀਂ। ਜਿਵੇਂ ਇੱਕ ਆਦਮੀ ਨੂੰ ਸਹਿਜ ਸੁਭਾਅ ਪਤਾ ਲੱਗ ਜਾਂਦਾ ਕੱਪੜੇ ਕਿਵੇਂ ਉਤਾਰੀ ਦੇ ਨੇ ਉੱਤੋਂ, ਵਸਤਰ ਕਿਵੇਂ ਬਦਲੀ ਦੇ, ਇਹ ਕੋਈ ਬਹੁਤਾ ਲੰਬਾ ਕਿਤਾਬਾਂ ਦੇ ਸਿੱਖਣ ਵਾਲਾ ਗਿਆਨ ਨਹੀਂ ਹੈ। ਜੋ ਸਾਹਮਣੇ ਹੈ ਉਹਦੇ ਹੱਥ ਦੇ, ਤਾਂ ਉਸ ਨੂੰ ਸਿੱਖਣਾ ਕੀ ਹੋਇਆ। ਪਰ ਗੁਰੂ ਸਾਹਿਬ ਨੇ ਨਾਰਾਜ਼ਗੀ ਜ਼ਾਹਰ ਕੀਤੀ। ਬਾਬਾ ਰਾਮ ਰਾਏ ਸਭ ਕੁਝ ਕਰ ਲੈਂਦਾ ਸੀ, ਦੇਹ ਛੱਡ ਦੇਣੀ, ਵਿੱਚੋਂ ਨਿਕਲ ਜਾਣਾ, ਫਿਰ ਵਾਪਸ ਆ ਜਾਣਾ, ਔਰ ਇਸੇ ਚੱਕਰ ਵਿੱਚ ਉਹਦੀ ਮੌਤ ਹੋਈ। ਤੁਸੀਂ ਸੁਣਿਆ ਹੋਵੇਗਾ ਇਤਿਹਾਸ ਵਿੱਚ। ਬਾਬਾ ਰਾਮ ਰਾਏ ਇਸੇ ਚੱਕਰ ਵਿੱਚ, ਕਿਉਂਕਿ ਚੇਲੇ ਬਾਲ ਕੇ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਿਲਿਆ ਵੀ ਸੀ ਬਾਬਾ ਰਾਮ ਰਾਏ। ਹਜ਼ੂਰ ਨੇ ਕਿਹਾ ਕਿ ਜਿਸ ਰਸਤੇ 'ਤੇ ਤੁਸੀਂ ਚਲੇ ਗਏ ਹੋ, ਇਹ ਰਸਤਾ ਕੋਈ ਬਹੁਤਾ ਠੀਕ ਨਹੀਂ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦੇ ਰਸਤੇ ਨੂੰ ਤਿਆਗਿਆ ਹੈ। ਫਿਰ ਉਹਨਾਂ ਨੇ ਕਿਹਾ ਵੀ ਹੁਣ ਫਿਰ ਮੈਂ ਵਾਪਸ ਆਉਣਾ ਚਾਹੁੰਦਾ, ਜਾਂ ਜਿਵੇਂ ਵੀ ਗੱਲਬਾਤ ਹੋਈ। ਪਰ ਜਿਹੜੇ ਉਹਦੇ ਚੇਲੇ ਸਨ ਨਾ ਬਾਲ ਕੇ, ਜਦੋਂ ਗੁਰੂ ਸਾਹਿਬ ਨੂੰ ਮਿਲੇ ਨਾ, ਤੇ ਬਾਬਾ ਰਾਮ ਰਾਏ ਤੇ ਮਿਲੇ, ਬੇੜੀ ਵਿੱਚ ਮੇਲ ਹੋਇਆ ਸੀ ਪਾਉਂਟਾ ਸਾਹਿਬ ਦੀ ਧਰਤੀ 'ਤੇ, ਦਰਿਆ ਦੇ ਵਿਚਕਾਰ ਪਾਉਂਟਾ ਸਾਹਿਬ ਦੇ ਨਾਲ ਜੋ ਨਦੀ ਹੈ ਯਮੁਨਾ, ਉੱਥੇ ਮਿਲੇ ਵਿਚਕਾਰ। ਉੱਧਰੋਂ ਰਾਮ ਰਾਏ ਬੇੜੀ 'ਤੇ ਆ, ਉੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ। ਉਹ ਆਪਣੀ ਬੇੜੀ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੇੜੀ ਵਿੱਚ ਆ, ਉੱਥੇ ਮਿਲੇ। ਪਰ ਜਿਹੜੇ ਸਨ ਨਾ ਚੇਲੇ ਰਾਮ ਰਾਏ ਦੇ, ਉਹ ਗੁਰੂ ਸਾਹਿਬ ਦੇ ਵੱਲ ਪਿੱਠ ਕਰਕੇ ਖੜੇ ਹੋ ਗਏ ਵੀ ਅਸੀਂ ਨਹੀਂ ਫਤਿਹ ਬੁਲਾਉਣੀ, ਅਸੀਂ ਨਹੀਂ ਵੇਖਣਾ। ਹਜ਼ੂਰ ਦੇ ਮੂੰਹ ਤੋਂ ਸਹਿਜੇ ਹੀ ਇੱਕ ਸ਼ਬਦ ਨਿਕਲ ਗਿਆ, ਕਹਿਣ ਲੱਗੇ ਰਾਮ ਰਾਏ ਜੀ ਤੁਸੀਂ ਤੇ ਸ਼ਰਧਾ ਧਾਰਨ ਕਰ ਲਈਏ, ਆ ਚੇਲੇ ਤੇ ਤੁਹਾਡੇ ਭੂਤਨੇ ਨੇ, ਤੇ ਪਰਾ ਮੂੰਹ ਕਰਕੇ ਖੜੇ ਹੋ ਗਏ, ਪਰੇ ਮੂੰਹ ਕਰਕੇ ਖੜੇ ਹੋ ਗਏ। ਉਹ ਬਚਨ ਸਿੱਧ ਹੋਇਆ ਉਸੇ ਤਰ੍ਹਾਂ, ਕਿਉਂਕਿ ਉਹਨਾਂ ਨੂੰ ਇੱਕ ਖਤਰਾ ਸੀ, ਜੇ ਰਾਮ ਰਾਏ ਗੁਰੂ ਗੋਬਿੰਦ ਸਿੰਘ ਨਾਲ ਮਿਲ ਗਿਆ ਤੇ ਸਾਡਾ ਜਿਹੜਾ ਡੰਮ ਚੱਲਦਾ ਉਹ ਬੰਦ ਹੋ ਜਾਏਗਾ। ਉਹਨਾਂ ਨੂੰ ਬੜੀ ਆਸ ਸੀ ਕਿ ਅਸੀਂ ਆਪਣਾ ਵੱਖਰਾ ਡੰਮ ਚਲਾਵਾਂਗੇ, ਵੱਖਰਾ ਕੰਮ ਕਰਾਂਗੇ, ਅੱਗੋਂ ਨਵਾਂ ਗੁਰੂ ਬਣਾਵਾਂਗੇ। ਇਸੇ ਚੱਕਰ ਵਿੱਚ ਰਾਮ ਰਾਏ ਜੀ ਇੱਕ ਦਿਨ ਆਪਣੀ ਦੇਹ ਤਿਆਗ ਕੇ ਕਿਤੇ ਦੂਰ ਨਿਕਲ ਗਏ। ਇਹ ਦੇਹ ਪਈ ਰਹੀ ਪੰਜ ਭੌਤਿਕ ਜਿਹੜੀ, ਤਾਂ ਚੇਲਿਆਂ ਨੇ ਚੁੱਕ ਕੇ ਕਹਿ ਦਿੱਤਾ ਵੀ ਇਹਨਾਂ ਦੀ ਡੈਥ ਹੋ ਗਈ, ਮੌਤ ਹੋ ਗਈ ਹੈ। ਉਹਨਾਂ ਨੇ ਚੁੱਕ ਕੇ ਚਿਖਾ 'ਤੇ ਰੱਖ ਦਿੱਤਾ। ਜਦੋਂ ਚਿਖਾ ਨੂੰ ਅੱਗ ਲਾਈ, ਜਦੋਂ ਸੇਕ ਲੱਗਾ, ਤੇ ਉਸ ਦੂਜੇ ਸਰੀਰ ਨੂੰ ਖਬਰ ਮਿਲ ਗਈ ਵੀ ਪਿੱਛੇ ਤੇਰਾ ਸਰੀਰ ਨੂੰ ਤੇ ਅਗਨ ਭੇਟ ਕੀਤਾ ਜਾ ਰਿਹਾ। ਉਹ ਬੜੀ ਤੇਜ਼ੀ ਨਾਲ ਵਾਪਸ ਆਏ, ਪਰ ਇੰਨੇ ਚਿਰ ਨੂੰ ਦੇਹ ਨੂੰ ਅੱਗ ਲੱਗ ਚੁੱਕੀ ਸੀ। ਇਸ ਤਰ੍ਹਾਂ ਉਹਨਾਂ ਨੇ ਸਾੜ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਤਾ ਲੱਗਾ, ਉਹਨਾਂ ਨੇ ਫਿਰ ਆ ਕੇ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਨੂੰ ਅੱਗ ਵਿੱਚ ਸਾੜਿਆ ਸਾਰਿਆਂ ਨੂੰ। ਇਹ ਇਤਿਹਾਸਕ ਘਟਨਾ ਹੈ। ਤਾਂ ਇਹ ਕਾਂਚੁਰੀ ਭੁਯੰਗ ਕੁਦਰਤੀ ਹੋਵੇ ਤਾਂ ਗਲਤ ਨਹੀਂ। ਇਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਇਹ ਕੁਕਾਜ ਨੇ, ਭੈੜੇ ਕੰਮ ਨੇ। ਇਹ ਨਾਟਕ ਹੈ ਤੇ ਇਹ ਚੇਟਕ ਹੈ, ਦੋ ਚੀਜ਼ਾਂ ਨੇ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕੈ ਆਵਤ ਲਾਜਾ। ਪੁੱਠੇ ਕੰਮਾਂ ਵਿੱਚ ਧਰਮੀ ਬੰਦੇ ਬਹੁਤ ਪਏ ਹੋਏ ਨੇ, ਸਾਰਾ ਸਮਾਜ ਭਰਿਆ ਪਿਆ। ਇਹ ਚੇਟਕ ਲੱਗ ਜਾਂਦਾ। ਚੇਟਕ ਦਾ ਮਤਲਬ ਹੈ ਜਿਵੇਂ ਕਿਸੇ ਚੀਜ਼ ਦੀ ਆਦਤ ਪੈ ਜਾਏ ਨਾ, ਉਸ ਆਦਤ ਦਾ ਮਜਬੂਰ ਹੋ ਜਾਂਦਾ ਹੈ। ਉਹ ਇੱਕ ਨਸ਼ੇ ਵਾਂਗ ਉਹਨੂੰ ਚੰਬੜਦੀ ਚੀਜ਼। ਜੇ ਉਹ ਨਾ ਉਸ ਚੇਟਕ ਨੂੰ ਕਰੇ ਤੇ ਉਹਦਾ ਜੀਵਨ ਹੀ ਫਿੱਕਾ ਪੈਂਦਾ, ਮਰਦਾ, ਉਹ ਗੁਲਾਮ ਹੋ ਜਾਂਦਾ ਉਸ। ਔਰ ਇਸ ਰਸਤੇ 'ਤੇ ਤੁਰ ਕੇ ਫਿਰ ਜਿੰਨੇ ਲੋਕ ਨੇ, ਮੌਤ ਤੋਂ ਬਾਅਦ ਇੱਕ ਦੁੱਖਾਂ ਦੇ ਲੰਬੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਇਸ ਕਰਕੇ ਦੇਹੀ ਨੂੰ ਕਹਿੰਦੇ ਜਿਵੇਂ ਸੱਪ ਕੁੰਜ ਨੂੰ ਛੱਡ ਜਾਂਦਾ, ਇਸ ਤਰ੍ਹਾਂ ਆਦਮੀ ਤਿਆਗ ਦਿੰਦਾ। ਕਬੀਰ ਸਾਹਿਬ ਦਾ ਬਚਨ ਕਹਿੰਦੇ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਭੁਯੰਗ। ਦੇਹ ਦੀ ਗੱਲ ਕਰ ਰਹੇ ਨੇ। ਕਹਿਣ ਲੱਗੇ ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ। ਮਿੱਟੀ ਦਾ ਪੁਤਲਾ ਹੈ ਸਰੀਰ,
ਦਿਵਸ ਚਾਰ ਕੇ ਪਾਹੁਣੇ ਵੱਡ ਵੱਡ ਰੂਦਹਿ ਥਾਉ। 4 ਦਿਨਾਂ ਦੇ ਪ੍ਰਾਹੁਣੇ ਮਹਿਮਾਨੀ ਹੈ ਸੰਸਾਰ ਵਿੱਚ, ਪਰ ਬੜੀ ਦੌੜ ਦੌੜ ਕੇ ਬੰਦਾ ਥਾਂ ਰੁੰਨਦਾ ਹੈ, ਕਬਜ਼ਾ ਕਰਦਾ ਹੈ, ਮੇਰਾ ਹੈ, ਇਹ ਮੇਰੀ ਥਾਂ ਹੈ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ, ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰੇ ਦੇ ਵੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਕਬਰ ਦੀ ਗੱਲ ਕਰਦੇ ਨੇ, ਕਹਿੰਦੇ ਵੱਡੇ ਵੱਡੇ ਘਰ ਛੱਡ ਕੇ ਬੜੇ ਲੋਕਾਂ ਨੂੰ ਮੈਂ ਵੇਖਿਆ ਕਬਰ ਵਿੱਚ ਸੁੱਤੇ ਹੋਏ ਨੇ। ਫਰੀਦ ਸਾਹਿਬ ਨੇ ਸਰੀਰ ਦਾ ਗਿਆਨ ਦਿੱਤਾ ਹੈ। ਕਹਿੰਦੇ ਦੇਖੋ ਕਿਵੇਂ ਦੀ ਹਾਲਾਤ, ਜਦੋਂ ਬੰਦਾ ਜਿਉਂਦਾ ਹੈ ਬੜੇ ਸੋਹਣੇ ਸਿਰਹਾਣੇ ਖਰੀਦਦਾ ਹੈ, ਪਰ ਹੁਣ ਕੀ ਹੈ, ਇੱਟ ਦਾ ਸਿਰਹਾਣਾ। ਕਬਰ ਦੇ ਵਿੱਚ ਕਹਿੰਦੇ ਜਦੋਂ ਆਦਮੀ ਨੂੰ ਰੱਖਦੇ ਨੇ ਉੱਥੇ ਕਬਰ ਦਾ, ਉੱਥੇ ਇੱਟ ਦਾ ਸਿਰਹਾਣਾ ਉਹਦੇ ਸਿਰ ਥੱਲੇ ਰੱਖ ਦਿੰਦੇ ਨੇ। ਫਰੀਦ ਸਾਹਿਬ ਦਾ ਬਚਨ ਸ਼ਲੋਕਾਂ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ, ਕਹਿਣ ਲੱਗੇ ਇੱਟ ਸਿਰਹਾਣਾ ਭੋਏ ਸਵਣ, ਕੀੜਾ ਲੜਿਓ ਮਾਸ। ਤਸਵੀਰ ਦੱਸ ਰਹੇ ਨੇ ਦੇਹ ਦੀ, ਸਿਰਹਾਣੇ ਇੱਟ ਪਈ ਹੈ, ਭੋਏ ਸਵਣ, ਭੋਏ ਤੇ ਆਦਮੀ ਸੁੱਤਾ ਹੋਇਆ, ਕੀੜਾ ਲੜਿਓ ਮਾਸ। ਕਹਿਣ ਲੱਗੇ ਕੇਤੜਿਆਂ ਜੁਗ ਬੀਤ ਗਏ, ਇਕਤ ਪਿਆ ਪਾਸ। ਹੁਣ ਪਾਸਾ ਨਹੀਂ ਪਰਦਾ, ਉੱਥੇ ਪਿਆ ਹੋਇਆ ਹੈ, ਸੌਂ ਗਿਆ ਹੈ ਲੰਬੀ ਨੀਂਦ ਵਿੱਚ। ਇਹ ਹੈ ਦੇਹ ਦਾ ਸੱਚ, ਜਿਸ ਨੂੰ ਵਾਰ-ਵਾਰ ਦ੍ਰਿੜ ਕਰਾਇਆ ਗਿਆ ਹੈ, ਵਾਰ-ਵਾਰ ਦੱਸਿਆ ਗਿਆ ਹੈ। ਇਹ ਬੜੀ ਤੇਜ ਅਗਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹ ਦੀ ਬਾਣੀ ਵਿੱਚ ਸਾਰੀ ਬਾਣੀ ਦਾ ਤੁਸੀਂ ਮੁਤਾਲਿਆ ਕਰ ਲੈਣਾ, ਅੱਧਾ ਹਿੱਸਾ ਮੌਤ ਦੀ ਵਿਆਖਿਆ ਕਰ ਰਿਹਾ ਹੈ, ਕਿਉਂਕਿ ਇਹ ਬੰਦੇ ਦਾ ਸਭ ਤੋਂ ਵੱਡਾ ਡਰ ਹੈ ਔਰ ਇਹ ਇੱਕ ਸੱਚ ਵੀ ਹੈ। ਭਾਵੇਂ ਕਿ ਅਸੀਂ ਇਸ ਤਰ੍ਹਾਂ ਦੀ ਵਿਆਖਿਆਵਾਂ ਵਿੱਚ ਨਹੀਂ ਪੈਣਾ ਚਾਹੁੰਦੇ, ਕਿਉਂਕਿ ਆਦਮੀ ਘਬਰਾਉਂਦਾ, ਡਰਦਾ, ਘਬਰਾਇਆ ਮੌਤ ਤੋਂ ਪਹਿਲੇ, ਪਰ ਇਹ ਵੀ ਸੱਚਾਈ ਹੈ ਜਿੱਥੋਂ ਅਸੀਂ ਨਿਕਲਣਾ ਉਸ ਦੀ ਵਿਆਖਿਆ ਕਿਉਂ ਨਾ ਹੋਵੇ। ਜਿੱਥੋਂ ਜਾਣਾ ਹੀ ਹੈ ਉਸ ਨੂੰ ਪਹਿਲਾਂ ਜਾਣ ਲੈਣਾ ਜ਼ਰੂਰੀ ਹੈ। ਔਰ ਇਹ ਖਤਮ ਉਹਨਾਂ ਦੀ ਹੋਈ ਜਿਨ੍ਹਾਂ ਨੇ ਮੌਤ ਤੋਂ ਪਹਿਲਾਂ ਮਰਨ ਦੀ ਜਾਚ ਸਿੱਖ ਲਈ। ਜਿਉਂਦੇ ਜੀ ਦੇਹ ਤੋਂ ਉੱਚੇ ਉੱਠ ਗਏ, ਦੇਹ ਤੋਂ ਪਾਰ ਚਲੇ ਗਏ। ਇਸ ਲਈ ਸਾਰੇ ਹੀ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਬਾਬਾ ਕਬੀਰ ਸਾਹਿਬ ਦੇ ਬਹੁਤੇ ਸ਼ਲੋਕ, ਫਰੀਦ ਸਾਹਿਬ ਦੇ ਬਹੁਤੇ ਸ਼ਲੋਕ ਇਸ ਸਰੀਰ ਦੇ ਗਿਆਨ ਨੂੰ ਦੱਸਦੇ ਨੇ। ਰਵਿਦਾਸ ਜੀ ਇਸ ਸਰੀਰ ਬਾਰੇ ਕਹਿੰਦੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਨਾੜੀਆਂ ਦਾ ਪਿੰਜਰਾ, ਹੱਡੀਆਂ ਦਾ ਜਾਲ ਹੈ। ਇਹ ਹੈ ਸਾਧ ਸੰਗਤ ਤਰੀਕਾ। ਔਰ ਕਹਿੰਦੇ ਨੇ ਮਹਾਤਮਾ ਬੁੱਧ ਜਦੋਂ ਉਹਨਾਂ ਕੋਲ ਕੋਈ ਜਾਂਦਾ ਸੀ ਤੇ ਜਦੋਂ ਕਹਿੰਦਾ ਸੀ ਵੀ ਮੇਰਾ ਮਨ ਟਿਕੇ, ਮੇਰਾ ਮਨ ਇਕਾਗਰ ਹੋਵੇ, ਮੈਨੂੰ ਕੋਈ ਦਾਤ ਮਿਲੇ, ਭਾਵੇਂ ਕਿ ਉਹਨਾਂ ਦਾ ਜਿਹੜਾ ਧਰਮ ਹੈ ਉਹ ਆਤਮਾ ਨੂੰ ਮੰਨਦਾ ਹੈ, ਪਰਮਾਤਮਾ ਨੂੰ ਨਹੀਂ। ਵੈਸੇ ਇੱਕ ਪੱਖੋਂ ਠੀਕ ਹੈ, ਉਹ ਕਹਿੰਦੇ ਪਰਮਾਤਮਾ ਦੀ ਗੱਲ ਤੁਸੀਂ ਛੱਡੋ, ਅਜੇ ਤੁਸੀਂ ਘਰ ਦੀ ਗੱਲ ਛੱਡੋ, ਪਹਿਲਾਂ ਦਰਵਾਜ਼ਾ ਤੇ ਲੱਭੋ ਵੀ ਘਰ ਦਾ ਗੇਟ ਕਿਹੜਾ, ਕਿੱਥੋਂ ਦੀ ਵੜੋਗੇ ਉਹਦੇ ਵਿੱਚ, ਹੈ ਠੀਕ ਹੋ। ਅਸੀਂ ਪਰਮਾਤਮਾ ਦੀ ਗੱਲ ਕਰਨੇ ਆ, ਸਾਨੂੰ ਆਪਣੇ ਆਪ ਦਾ ਕੋਈ ਪਤਾ ਨਹੀਂ ਅਜੇ। ਅਸੀਂ ਸਿੱਧਾ ਘਰ ਨੂੰ ਵੇਖ ਰਹੇ ਹਾਂ, ਸਾਨੂੰ ਗੇਟ ਦਾ ਨਹੀਂ ਪਤਾ। ਬੰਦੇ ਦਾ ਆਪਣਾ ਆਪ ਹੀ ਹੈ ਦਰਵਾਜ਼ਾ ਪਰਮਾਤਮਾ ਵਿੱਚ ਪ੍ਰਵੇਸ਼ ਕਰਨ ਵਾਸਤੇ। ਇਸ ਕਰਕੇ ਬੌਧ ਜਿਹੜਾ ਧਰਮ ਹੈ ਉਹ ਆਤਮਾ ਦੀ ਗੱਲ ਕਰਦਾ। ਉਹ ਕਹਿੰਦੇ ਪਰਮਾਤਮਾ ਤੇ ਫਿਰ ਹੈ ਹੀ, ਜਦੋਂ ਤੁਸੀਂ ਗੇਟ ਵਿੱਚ ਚਲੇ ਗਏ ਘਰ ਤੇ ਆ ਹੀ ਗਿਆ। ਤਾਂ ਕੋਈ ਵੀ ਜਦੋਂ ਭਿਕਸ਼ੂ, ਉਹ ਕਹਿੰਦੇ ਸਨ ਭਿਕਸ਼ੂ ਆਉਂਦਾ ਸੀ ਤੇ 2 ਤਰੀਕੇ ਵਰਤਦੇ ਸਨ ਕਿਸੇ ਨੂੰ ਭਿਕਸ਼ੂ ਬਣਾਉਣ ਵਾਸਤੇ। ਉਹਨਾਂ ਦਾ ਤਰੀਕਾ ਸੀ, ਬੰਦੇ ਨੂੰ ਮਾਰਨਾ ਹੀ ਹੁੰਦਾ ਨਾ ਅੰਦਰੋਂ, ਜਾਂ ਤੇ ਉਹਨੂੰ ਭਾਂਡਾ ਫੜਾ ਦਿੰਦੇ ਸਨ ਜਾਂ ਭੀਖ ਮੰਗ ਆਪਣੇ ਇਲਾਕੇ ਵਿੱਚੋਂ 2 ਸਾਲ ਭੀਖ ਮੰਗ ਕੇ ਤੂੰ ਖਾਣਾ, ਮੰਗਣਾ ਨਹੀਂ, ਬੂਹੇ ਦੇ ਅੱਗੇ ਖੜੇ ਹੋ ਜਾਣਾ, ਜੇ ਕੋਈ ਦਏ ਤਾਂ ਲੈ ਲੈਣਾ, ਨਹੀਂ ਤੇ ਅਗਲੇ ਘਰ ਚਲੇ ਜਾਣਾ, ਬੋਲਣਾ ਨਹੀਂ ਹੈ। ਇੱਕ ਪਹਿਲਾ ਸੀ।
ਹੰਕਾਰ ਨੂੰ ਮਾਰਨ ਦੀ ਦਵਾਈ ਉਹਨਾਂ ਦਿੱਤੀ। ਚਲੋ ਗੁਰੂ ਸਾਹਿਬ ਇਹਦੇ ਨਾਲ ਸਹਿਮਤ ਨਹੀਂ ਸਨ, ਇਹ ਵੱਖਰੀ ਗੱਲ ਹੈ। ਦੂਜਾ ਉਹਨਾਂ ਨੇ ਤਰੀਕਾ ਦਿੱਤਾ ਸੀ, ਜਿਹੜੇ ਬਹੁਤੀ ਕਾਹਲੀ ਕਰਦੇ ਸਨ ਵੀ ਮੈਂ ਜਲਦੀ ਜੁੜਨਾ, ਉਹਨੂੰ ਕਹਿੰਦੇ ਸਨ ਵੀ ਤੇਜ਼ ਦਵਾਈ ਖਾਣ ਦੀ ਹਿੰਮਤ ਹੈ ਤੇਰੇ ਵਿੱਚ? ਉਹ ਕਹਿੰਦਾ ਵੀ ਤੇਜ਼ ਦਵਾਈ ਕਿਹੜੀ? ਤੇ ਉਹ ਕਹਿੰਦੇ ਜਾ ਇਹ ਸ਼ਹਿਰ ਦੇ ਵੱਡੇ ਸ਼ਮਸ਼ਾਨ ਘਾਟ ਦੇ ਕੋਲ ਕੁਝ ਥਾਂ ਬਣੇ ਨੇ, 1 ਮਹੀਨਾ ਉੱਥੇ ਰਹਿ ਕੇ ਆ। ਉੱਥੇ ਰਹਿੰਦਾ, ਹਰ ਇੱਕ ਵੱਡੇ ਸ਼ਹਿਰ ਵਿੱਚ 1-2 ਮੁਰਦਾ ਰੋਜ਼ ਫੂਕਿਆ ਜਾਂਦਾ ਹੈ, ਹਰ ਇੱਕ ਨੂੰ ਵੇਖਦਾ। ਲੋਕ ਤਾਂ ਪੱਲਾ ਛੁਡਾ ਕੇ ਚਲੇ ਜਾਂਦੇ, ਉਸ ਨੂੰ ਅੱਗ ਲਾ ਕੇ ਦੌੜਨ ਦੀ ਕਰਦੇ ਜਲਦੀ ਜਲਦੀ ਵੀ ਜਾਨ ਛੁੱਟੇ। ਪਰ ਉਹਨੂੰ ਹੁਕਮ ਹੁੰਦਾ ਸੀ ਤੂੰ ਉਸ ਚਿਖਾ ਨੂੰ ਚੰਗੇ ਧਿਆਨ ਨਾਲ ਵੇਖਣਾ, ਕਿਵੇਂ ਆਦਮੀ ਸੜ ਰਿਹਾ ਹੈ, ਕਿਵੇਂ ਉਹਦਾ ਸਰੀਰ ਸੜਦਾ ਹੈ, ਕਿਵੇਂ ਆਵਾਜ਼ ਆਉਂਦੀ ਹੈ ਵਿੱਚੋਂ ਪਾਣੀ ਦੇ ਸੜਨ ਦੀ। ਸਰੀਰ ਦੇ ਵਿੱਚ ਜੋ ਪਾਣੀ ਹੈ, ਜਦੋਂ ਉਹਨੂੰ ਅੱਗ ਲੱਗਦੀ ਬਾਹਰ ਆਵਾਜ਼ ਆਉਂਦੀ ਹੈ, ਹੱਡੀਆਂ ਤੋੜਦੀ ਹੈ ਅੱਗ, ਉਹਨੂੰ ਚੰਗੀ ਤਰ੍ਹਾਂ ਵੇਖ। ਜਦੋਂ 1 ਮਹੀਨਾ ਲਗਾਤਾਰ ਵੇਖਦਾ ਰਹਿੰਦਾ ਨਾ, ਤੇ ਜਿਹੜੀ ਚੀਜ਼ ਨੂੰ ਬੰਦਾ ਵੇਖੇ ਉਹ ਅੰਦਰ ਪ੍ਰਤੀਤ ਹੋਣ ਲੱਗ ਪਈ। ਉਹਨੂੰ ਇੰਝ ਲੱਗਦਾ ਮੇਰੇ ਸਰੀਰ ਨੂੰ ਅਗਨੀ ਲੱਗੀ ਹੋਈ ਹੈ, ਇਹ ਵੀ ਸੜਦੀ ਜਾ ਰਹੀ ਹੈ। ਤਾਂ ਉਹ ਫਿਰ ਜਦੋਂ ਘਬਰਾ ਕੇ ਵਾਪਸ ਆਉਂਦਾ ਨਾ, ਤੇ ਬੁੱਧ ਕਹਿੰਦੇ ਹੁਣ ਜਦੋਂ ਤੇਰੇ ਸਰੀਰ ਨੂੰ ਅੱਗ ਲੱਗੀ ਹੈ, ਵੇਖ ਤੇਰੇ ਅੰਦਰ ਕੁਝ ਐਸਾ ਵੀ ਹੈ ਜਿਹਨੂੰ ਅੱਗ ਨਹੀਂ ਲੱਗੀ ਹੋਈ, ਉਹ ਤੂੰ ਹੈ, ਉਹਨੂੰ ਵੇਖ। ਉਸ ਨੂੰ ਕਿਹਾ ਆਤਮਾ, ਉਹਦੇ ਨਾਲ ਜੁੜ। ਇਹ ਵੱਖਰੇ ਵੱਖਰੇ ਤਰੀਕੇ ਨੇ, ਜੁਗਤਾਂ ਨੇ, ਢੰਗ ਨੇ, ਔਰ ਇਹਦੇ ਵਿੱਚੋਂ ਨਿਕਲਣ ਤੋਂ ਬਿਨਾਂ ਕੋਈ ਵੀ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇੱਕੋ ਹੀ ਦਰਵਾਜ਼ਾ ਹੈ, ਹੋਰ ਕੋਈ ਦਰਵਾਜ਼ਾ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹਨੂੰ ਨਾਮ ਕਿਹਾ ਗਿਆ ਹੈ, ਉਹਦੇ ਅਰਥ ਨੇ ਮੌਤ, ਮੌਤ ਦੇ ਅਰਥ ਨੇ ਨਾਮ। ਨਾਮ ਕੀ ਕਰਦਾ ਹੈ? ਬੰਦੇ ਦੀ ਮੌਤ ਕਰਦਾ ਹੈ, ਉਹਦੀ ਮੈਂ ਨੂੰ ਖਤਮ ਕਰਦਾ ਹੈ, ਸਾੜ ਫੂਕ ਕਰ ਦਿੰਦਾ ਅੰਦਰੋਂ ਅਵਗੁਣਾਂ ਦੀ। ਨਾਮ ਦੇ ਅਰਥ ਨੇ ਮੌਤ। ਉਹਦੇ ਵਿੱਚੋਂ ਨਿਕਲ ਕੇ ਫਿਰ ਪਤਾ ਲੱਗਦਾ ਵੀ ਹੁਣ ਮੌਤ ਨਹੀਂ ਹੈ, ਫਿਰ ਨਵਾਂ ਜੀਵਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜੀ ਚੀਜ਼ ਪਹਿਲਾਂ ਹੀ ਸੜਨ ਵਾਲੀ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਪੰਡਤ ਪੰਡਤ ਜਲ ਮੁਵੇ ਮੂਰਖ ਉਭਰੇ ਭਾਗ। ਬੜਾ ਪਿਆਰਾ ਸ਼ਲੋਕ, 1-2 ਮਿੰਟ ਵਿੱਚ ਅਰਥ ਕਰਾਂ। ਗਿਆਨ ਕਿੱਥੋਂ ਆਇਆ ਕਬੀਰ ਸਾਹਿਬ ਦੇ ਕੋਲ? ਸਮਝ ਨਹੀਂ ਆਉਂਦੀ, ਬੜਾ ਤੇਜ਼ ਗਿਆਨ ਹੈ। ਕਹਿੰਦੇ ਨੇ ਕਬੀਰ ਕੋਠੀ ਕਾਠ ਕੀ, ਕਾਠ ਕਹਿੰਦੇ ਲੱਕੜ ਨੂੰ, ਕਹਿੰਦੇ ਲੱਕੜ ਦੇ ਘਰ ਸਨ ਤੇ ਵਿੱਚ ਰਹਿੰਦੇ ਸਨ ਆਦਮੀ। ਉਹਨਾਂ ਵਿੱਚੋਂ ਇੱਕ ਆਦਮੀ ਥੋੜ੍ਹਾ ਜਿਹਾ ਵਿਹਲਾ ਸੀ, ਜਾਂ ਕਹਿ ਲਈਏ ਧਰਮੀ ਸੀ। ਲੋਕ ਕਹਿੰਦੇ ਨੇ ਵਿਹਲਾ, ਮੈਂ ਤਾਂ ਕਹਿ ਰਿਹਾ। ਉਹ ਕਹਿੰਦੇ ਜਿਹਨੂੰ ਕੰਮ ਕੋਈ ਨਹੀਂ ਉਹ ਧਰਮੀ ਬਣ ਜਾਂਦਾ ਹੈ। ਜਿਹੜਾ ਸ਼ਬਦ ਹੋਰ ਕਿਸੇ ਨੇ ਕਹਿਣਾ ਉਹ ਆਪ ਹੀ ਕਹਿ ਲੈਣਾ ਚਾਹੀਦਾ ਹੈ। ਉਹਨਾਂ ਵਿੱਚੋਂ ਇੱਕ ਵਿਹਲਾ ਵਿਅਕਤੀ ਸੀ, ਕੰਮ ਕੋਈ ਨਹੀਂ ਸੀ ਜਿਸ ਨੂੰ। ਤਾਂ ਉਹ ਥੋੜ੍ਹਾ ਜਿਹਾ ਉਹਨਾਂ ਨਾਲੋਂ ਵੱਖਰਾ ਰਹਿੰਦਾ ਸੀ ਅਤੇ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਘਰਾਂ ਵਿੱਚੋਂ। ਉਹਨੇ ਪਿਛਲੇ ਪਾਸੋਂ ਵੇਖਿਆ ਵੀ ਇਸ ਜੰਗਲ ਨੂੰ ਅੱਗ ਲੱਗੀ, ਜਿਹਦੇ ਵਿੱਚ ਲੱਕੜ ਦੇ ਮਕਾਨ ਨੇ, ਜੰਗਲਾਂ ਨੂੰ ਅੱਗ ਲੱਗਦੀ ਹੈ। ਅਤੇ ਅੰਦਰ ਬੈਠੇ ਸਨ ਸਿਆਣੇ ਸਿਆਣੇ ਪੜ੍ਹੇ ਲਿਖੇ। ਉਹਨਾਂ ਕਿਹਾ ਵੀ ਮੂਰਖ ਆ ਗਿਆ ਜੇ ਬਾਹਰ ਫਿਰਦਾ ਰਹਿੰਦਾ, ਨਾ ਇਹਦਾ ਘਰ ਨਾ ਬਾਹਰ। ਉਹਨੇ ਕਿਹਾ ਵੀ ਜਿਹੜੇ ਘਰ ਵਿੱਚ ਤੁਸੀਂ ਆਲੀਸ਼ਾਨ ਬੈੱਡ ਲਾ ਕੇ ਬੈਠੇ ਹੋ ਨਾ, ਇਹਨੂੰ ਅੱਗ ਲੱਗਦੀ ਜਾਂਦੀ, ਬਾਹਰਲੇ ਪਾਸੋਂ ਅੱਗ ਪਈ ਆਉਂਦੀ ਹੈ, ਬਾਹਰ ਨਿਕਲ ਜਾਓ ਦੌੜ ਕੇ। ਜੇ ਤੁਸੀਂ ਬਚਣਾ ਹੈ ਤਾਂ ਇਹਨਾਂ ਘਰਾਂ ਨੂੰ ਛੱਡ ਦਿਓ ਲੱਕੜਦਿਆਂ ਨੂੰ। ਉਹ ਸਾਰੇ ਇਕੱਠੇ ਹੋ ਕੇ ਹੱਸਣ ਲੱਗ ਪਏ ਵੀ ਇਹਦਾ ਤੇ ਘਰ ਹੈ ਨਹੀਂ, ਸਾਨੂੰ ਵੀ ਘਰ ਛਡਾਉਣਾ ਚਾਹੁੰਦਾ ਹੈ। ਉਹਨੇ ਕਿਹਾ ਵੀ ਨਹੀਂ ਮੰਨਣਾ ਤੁਸੀਂ ਨਾ ਮੰਨੋ, ਮੈਂ ਤੇ। ਉਹਨਾਂ ਨੇ ਕਿਹਾ ਮੂਰਖ ਹੈ। ਕਬੀਰ ਜੀ ਨੇ ਤਾਂ ਕਿਹਾ ਪੰਡਤ ਪੰਡਤ ਜਲ ਮੁਵੇ। ਪੰਡਤ ਦਾ ਇੱਥੇ ਅਰਥ ਹੈ ਸਿਆਣੇ, ਆਪਣੇ ਆਪ ਨੂੰ ਸਿਆਣਾ ਸਮਝਦੇ ਸਨ। ਉਹਨੂੰ ਮੂਰਖ ਕਹਿੰਦੇ ਸਨ। ਉਹ ਥੋੜ੍ਹਾ ਜਿਹਾ ਦੂਰ ਬਹਿੰਦਾ ਸੀ ਦੁਨੀਆ ਵਿੱਚ। ਉਹਨੂੰ ਮੂਰਖ ਕਹਿੰਦੇ ਨੇ ਜਿਹੜਾ ਲੰਮੀ ਨਜ਼ਰ ਬਹਿੰਦਾ ਹੈ ਵੀ ਕਿੱਥੋਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ ਅਤੇ ਕਿੱਧਰ ਜਾਣਾ। ਉਹਨੂੰ ਕਹਿੰਦੇ ਮੂਰਖ। ਕੀ ਲੋੜ ਇਹਦੀ, ਸੱਚ ਜਾਣੋ। ਆਹ ਜਿਹੜੀ ਵਿਆਖਿਆ ਚੱਲਦੀ ਜਾਂ ਕੋਈ ਵੀ ਧਰਮ ਦੀ ਗੱਲ ਚੱਲੇਗੀ, ਜਿਹੜਾ ਬੰਦਾ ਸਿਰਫ ਮਾਇਆ ਕਮਾਉਣ ਤੱਕ ਸੀਮਤ ਹੈ, ਉਹ ਕਹੇਗਾ ਲੋਕਾਂ ਦਾ ਸਮਾਂ ਖਰਾਬ ਕਰ ਰਹੇ ਨੇ। 1 ਘੰਟੇ ਵਿੱਚ ਤੇ 500 ਰੁਪਈਆ ਕਮਾਇਆ ਜਾ ਸਕਦਾ ਹੈ। ਇੰਨੇ ਆਦਮੀ ਬੰਨ੍ਹ ਕੇ ਬਹਾ ਦਿੱਤੇ, ਕੀ ਲੋੜ ਪੈ ਗਈ, ਇੰਨਾ ਖਰਚਾ ਕਿਉਂ ਕਰ ਰਹੇ ਨੇ। ਉਹ ਇਸੇ ਤਰ੍ਹਾਂ ਹੀ ਕਹਿਣਗੇ। ਉਹਨਾਂ ਨੇ ਕਿਹਾ ਮੂਰਖ ਹੈ। ਉਹਨੇ ਬਹੁਤ ਪੁਕਾਰਿਆ
ਵੀ ਤੁਸੀਂ ਸੜ ਜਾਓਗੇ, ਇਸ ਮਕਾਨ ਨੂੰ ਛੱਡ ਕੇ ਬਾਹਰ ਨਿਕਲ ਜਾਓ। ਕਬੀਰ ਸਾਹਿਬ ਕਹਿੰਦੇ ਨੇ ਬਹੁਤੇ ਸਿਆਣੇ ਸਨ, ਉਹਨਾਂ ਨੇ ਮੂਰਖ ਦੀ ਮੰਨੀ ਨਹੀਂ। ਬਹੁਤੇ ਪੜ੍ਹੇ ਹੋਏ ਸਨ, ਅੱਗ ਲੱਗੀ ਸੜ ਕੇ ਵਿੱਚ ਮਰ ਗਏ। ਇਹ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਇਹ ਦੇਹ ਜਿਹੜੀ ਇਹ ਲੱਕੜ ਦੀ ਇੱਕ ਕੋਠੀ ਹੈ, ਬੰਦਾ ਇਹਨੂੰ ਪਕੜ ਕੇ ਬੈਠਾ ਇਹਦੇ ਅੰਦਰ ਵੀ ਇਹ ਮੇਰੀ ਹੈ ਤੇ ਸਦਾ ਇਸੇ ਤਰ੍ਹਾਂ ਰਹਿਣੀ ਹੈ। ਕਬੀਰ ਜੀ ਕਹਿੰਦੇ ਨੇ ਕੁਝ ਮੂਰਖ ਆਉਂਦੇ ਨੇ, ਕੁਝ ਵਿਹਲੇ ਆਉਂਦੇ ਨੇ, ਕੁਝ ਧਰਮੀ ਲੋਕ ਆਉਂਦੇ ਨੇ ਜਿਹੜੇ ਦੇਹ ਤੋਂ ਉੱਚੇ ਜਿਉਣ ਲੱਗ ਪੈਂਦੇ ਨੇ। ਉਹ ਫਿਰ ਪੁਕਾਰਦੇ ਨੇ ਵੀ ਇਸ ਦੇਹ ਨੂੰ ਸਮੇਂ ਦੀ ਅੱਗ ਲੱਗੀ ਹੋਈ ਹੈ, ਮੌਤ ਦੀ ਅੱਗ, ਚੌਵਾਂ ਪਾਸਿਓਂ ਅੱਗ ਨਿਕਲਦੀ ਆ ਰਹੀ ਹੈ। ਜਿੰਨੇ ਬਚਣਾ ਇਸ ਦੇਹ ਨੂੰ ਅੱਗ ਲੱਗਣ ਤੋਂ ਪਹਿਲਾਂ ਪਹਿਲਾਂ ਦੇਹ ਨੂੰ ਤਿਆਗਣ ਦੀ ਜਾਚ ਸਿੱਖ ਲਓ। ਤਿਆਗ ਦਾ ਮਤਲਬ ਦੇਹ ਤੋਂ ਉੱਚਾ ਜੀਵਨ ਲੱਭ ਲਓ। ਪਰ ਜਿਹੜੇ ਬਹੁਤੇ ਸਿਆਣੇ ਨੇ ਉਹਨਾਂ ਨੇ ਕਿਹਾ ਮੂਰਖ। ਇਸ ਕਰਕੇ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਮੌਤ ਦੀ ਅੱਗ, ਸਮੇਂ ਦੀ ਅੱਗ ਚੌਵਾਂ ਪਾਸਿਓਂ ਲੱਗੀ। ਪੰਡਤ ਪੰਡਤ ਜਲ ਮੁਵੇ, ਜਿਹੜੇ ਬਹੁਤੇ ਸਿਆਣੇ ਆਪਣੇ ਆਪ ਨੂੰ ਸਮਝਦੇ ਨੇ ਉਹ ਇਸ ਮੌਤ ਦੀ ਅੱਗ ਵਿੱਚ ਸੜ ਕੇ ਮਰ ਗਏ। ਮੂਰਖ ਉਭਰੇ ਭਾਗ, ਜਿਹੜੇ ਮੂਰਖ ਸਨ ਉਹ ਇਸ ਦੇਹ ਤੋਂ ਪਹਿਲਾਂ ਹੀ ਉੱਚੇ ਉੱਠ ਗਏ। ਉਹਨਾਂ ਨੂੰ ਪਤਾ ਸੀ ਇੱਥੇ ਅੱਗ ਆਉਣੀ, ਆਪਣੇ ਆਪ ਨੂੰ ਬਚਾ ਲਿਆ ਉਹਨਾਂ ਨੇ। ਉਹ ਜੀਵੰਤ ਹੋ ਗਏ, ਜਿਉਂਦੇ ਹੋ ਗਏ, ਉਹਨਾਂ ਨੂੰ ਸਦੀਵ ਜੀਵਨ ਮਿਲ ਗਿਆ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਕਿ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ। ਜਿਸ ਦੇਹ ਦਾ ਤੂੰ ਹੰਕਾਰ ਕਰਨਾ ਉਹ ਇੱਕ ਪਲ ਵਿੱਚ ਬਿਨਸ ਜਾਣ ਵਾਲੀ ਹੈ। ਜਿਹੇ ਪ੍ਰਾਨੀ ਹਰ ਜਸ ਕਹਿਓ, ਜਿਸ ਮਨੁੱਖ ਨੇ ਇਸ ਦੇਹ ਦੀ ਵਰਤੋਂ ਕਰਕੇ ਵਾਹਿਗੁਰੂ ਦਾ ਜਸ ਕਿਹਾ ਹੈ, ਅਕਾਲ ਪੁਰਖ ਦੀ ਬੰਦਗੀ ਕੀਤੀ ਹੈ, ਨਾਨਕ ਤੇ ਜਗ ਜੀਤ, ਉਹ ਇਸ ਜਗਤ ਵਿੱਚ ਜਿੱਤ ਗਿਆ। ਉਸ ਨੇ ਜਿੱਤ ਪ੍ਰਾਪਤ ਕਰ ਲਈ। ਇਸ ਜਨਮ ਦੇ ਹੀਰੇ ਨੂੰ, ਇਸ ਜੂਏ ਨੂੰ ਜਿੱਤਿਆ, ਇਸ ਜਨਮ ਨੂੰ ਜਿੱਤ ਲਿਆ ਔਰ ਸਫਲ ਹੋ ਗਿਆ, ਸਦੀਵ ਜੀਵਨ ਮਿਲਿਆ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।